Press the bell icon for news updates. बीजेपी वाले ਜੀਵਨ ਕੀਤਾ ਉਹ ਯਾਰ ਕੀ ਗੱਲ ਕਰ ਰਿਹਾ ਤੂੰ ਆ ਬੀਜੇਪੀ ਵਾਲੇ ਹੀ ਸੀਗੇ 10 ਸਾਲ ਕੌਣ ਸੀ ਅਕਾਲੀ ਦਲ ਤੇ ਬੀਜੇਪੀ ਸੀ ਇਹ ਕਿਹੜੀ ਨਵੀਂ ਜਿੰਨੇ ਮਹਿਕਮੇ ਸੀ ਸਾਰੇ ਆ ਜਿੰਨੇ ਵੱਡੇ ਮਹਿਕਮੇ ਆ ਤੁਹਾਡਾ ਸ਼ਹਿਰ ਦੀ ਲੁਧਿਆਣੇ ਦੀ ਗੱਲ ਕਰ ਲਓ ਕਿਹਦੇ ਕੋਲ ਸੀ 10 ਸਾਲ ਲੋਕਲ ਬਾਡੀਜ਼ ਬਈ ਕਿਸ ਨੇ ਰੋਕਿਆ ਸੀ ਕੁਝ ਕਰਨ ਨੂੰ सहमत हाँ इस गल नूं जे मैं कहूँगा भी ये गल कमी नहीं गी तो वो झूठ होएगा ये कमी 100% हैगी आ जिवें अज एक गल हुई हर पोलीटिकल ये बंदे क्योंकि इन्हां कोल पैसा हुंदा गड्डियां हुंदियां पोलीटिकल रैलियां छोटे लीडर ने जिहड़े उन्हां नूं कह दिंदे आ भी असीं भाई तुहाडे लई 50 गड्डियां लैके आउणे आ नशे वाले बंदे इन्हां कोल हुंदे 100 बंदा असीं रैली च आ जांदे आ ਤੇ ਨਾਰੇ ਮਾਰਦੇ ਆ ਕੇ ਨਾਲ ਖੜ ਜਾਂਦੇ ਆ ਤੇ ਫੋਟੋਆਂ ਖਿਚਾ ਕੇ ਤੁਰਦੇ ਬਣਦੇ ਆ ਦੇਖੋ ਜਿਹਦੀ ਤੁਸੀਂ ਮੈਂ ਤਾਂ ਸਾਫ਼ ਨਾਂ ਲੈ ਦਿੰਦਾ ਜਿਹਦੀ ਗੱਲ ਕਰਦੇ ਹੋ ਤੁਸੀਂ ਕੋਈ ਆ ਜਿਹੜਾ ਸਰਪੰਚ ਫੜਿਆ ਗਿਆ ਪਿਛਲੇ ਦਿਨਾਂ 'ਚ ਇਹ ਲੋਕ ਜਿਹੜੇ ਨੇ ਨਾ ਇਹ ਪੋਲੀਟੀਕਲ ਲੋਕਾਂ ਦੇ ਆਲੇ ਦੁਆਲੇ ਤਾਂ ਇਹ ਫੋਟੋਆਂ ਖਿਚਾਉਣ ਨੂੰ ਫਿਰਦੇ ਹੀ ਰਹਿੰਦੇ ਆ देखो धोना जी तो सारे मीडिया वाले थोनों पता आप लगातार 6 साल तो ये मीटिंगां सारियां जड़ियां मक्कड़ साहब करते हैं तो पर ये कोविड करके जी क्वार्टरली मीटिंग सी ये नहीं हो सकी तो पर मैं एडमिनिस्ट्रेशन नूं कहा पहली अपनी शुरू हुई आ लुधियाने की मैं क्या जो पार्लीमेंट सैशन हो सकता साडियां पार्लीमेंट कमेटियां दी मीटिंग होंदियां है तो ये मीटिंग क्यों नहीं हो सकती तो पहली शुरुआत ये आप अपने जिले लुधियाने चो दोबारा पंजाब च शुरू की है ये जी स्मार्ट सिटी की तो भी दिशा की जी कहते हैं मीटिंग नूं पर अज पहला तो सारी एडमिनिस्ट्रेशन नूं वड्डी गल आ क्योंकि एडी महामारी वड्डी ना किसी ने सुनी सी ना देखी सी उहदे विच एडमिनिस्ट्रेशन ने सारी ने काम किया तो लुधियाना सब तो वड्डा जिला तकरीबन जिथे वड्डी गिणती च जिहड़ियां है वो डैथ ਜਿਹੜੀਆਂ ਹੋਈਆਂ ਤਕਰੀਬਨ ਜਿਹਦਾ ਫਿਗਰ ਮੈਨੂੰ ਲੱਗਦਾ 870 90 ਜਿਹੜਾ ਫਿਗਰ ਆ ਤੇ ਉਸ ਦੇ ਵਿੱਚ ਅਲੱਗ-ਅਲੱਗ ਜ਼ਿੰਮੇਵਾਰੀ ਹੈਲਥ ਮਹਿਕਮੇ ਤੋਂ ਲੈ ਕੇ ਹਰ ਮਹਿਕਮੇ ਨੇ ਨਿਭਾਈ ਉਹ ਉਹਨਾਂ ਨੂੰ ਸਜਦਾ ਧੰਨਵਾਦ ਕੀਤਾ ਕਿਉਂਕਿ ਜਦੋਂ ਲੋਕ ਆਪਣੀਆਂ ਪਰਿਵਾਰਾਂ ਦੀਆਂ ਡੈੱਡ ਬਾਡੀਆਂ ਲੈਣੋਂ ਨਾ ਕਰ ਗਏ ਸੀ ਸੰਸਕਾਰ ਕਰਨੋਂ ਨਾ ਕਰ ਗਏ ਸੀ ਤੇ ਇਹ ਸਰਕਾਰ ਐਡਮਿਨਿਸਟ੍ਰੇਸ਼ਨ ਇਹ ਮੁਲਾਜ਼ਮ ਜਿਨ੍ਹਾਂ ਨੇ बहुत वड्डी भूमिका निभाई तो एक गल मैं इस मीटिंग तो अलग हो के जरूर कहूँगा भी जो एक सरकार कोई भी सरकार मैं कांग्रेस की गल नहीं करता कोई भी सरकार तो मुलाजमान की आम तौर पर बहुत वड्डी एक लोगों च रोस गुस्सा हुंदा हुंदा भी है क्योंकि हरेक दे काम कार जिहड़े उन्होंने करने हुंदे आ कई डिले हो जाते हैं किवें भी हुंदा अपना सिस्टम आ जिवें पर इस वार इन्हां दा बहुत वड्डा विश्वास आ जिहड़ा लोकां दे विच कोविड दे दौरान जिहड़ा इन्हां ने काम कीता अपणियां जानां भी दित्तियां बीमार भी होए परवाह ना करदे होए सेवा जिहड़ी लोकां दी इस वार सारे ही मुलाजमां ने आम लोकां नाल रल के कीती आ इस करके इन्हां दा धन्नवाद कीता बाकी तुहानूं पता जिवें एजुकेशन महकमे दी गल कीती इस वेले स्कूल तां बंद ने पर जो ये गल किन्नी ਇਹ ਮੈਂ ਹਜੇ ਦੇਖੀ ਨਹੀਂ ਪਰ ਅੱਜ ਗੱਲ ਇਹ ਪਤਾ ਲੱਗੀ ਆ ਵੀ ਅਸੀਂ ਜਿਹੜੇ ਵੀ ਜ਼ਰੂਰਤਮੰਦ ਜਿਵੇਂ ਮਿਡ ਡੇ ਮੀਲ ਸਕੂਲ ਸੀ ਜੋ ਅੱਜ ਐਜੂਕੇਸ਼ਨ ਡੀਓ ਕਹਿ ਰਹੇ ਸੀ ਵੀ ਅਸੀਂ ਜਿਹੜੇ ਲੋੜਵੰਦ ਬਹੁਤ ਜ਼ਿਆਦਾ ਜਿਹੜਾ ਨੂੰ ਲੋੜ ਸੀ ਅਸੀਂ ਮਿਡ ਡੇ ਮੀਲ ਆ ਜਿਹੜਾ ਇਹ ਕੋਸ਼ਿਸ਼ ਕੀਤੀ ਆ ਵੀ ਬੱਚਿਆਂ ਦੇ ਘਰ ਤੱਕ ਸਕੂਲ 'ਚ ਤਾਂ ਨਹੀਂ ਆਉਂਦੇ ਘਰ ਤੱਕ ਅਸੀਂ ਜੇ ਇਹ ਗੱਲ ਹੈ ਸੱਚ ਕਿੰਨੇ % ਸੱਚ ਆ ਉਹ ਵੈਰੀਫਾਈ ਕਰਨ ਦੀ ਗੱਲ ਆ ਪਰ ਇਹ ਗੱਲ ਜੇ ਹੋਈ ਆ ਤਾਂ ਇਹ ਵੱਡੀ ਗੱਲ ਆ ਵੀ ਉਸ ਦੌਰਾਨ ਵੀ ਇਹਨਾਂ ਨੇ ਹਜੇ ਉਹਨਾਂ ਨੇ ਦੱਸਿਆ ਵੀ ਪਹਿਲਾਂ ਟੀਚਰ ਬਹੁਤ ਘਬਰਾਏ ਹੋਏ ਸੀ ਡਰੇ ਹੋਏ ਸੀ ਜਾਣ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਪਰ ਜੇ ਦਿੱਤਾ ਤਾਂ ਵੱਡੀ ਗੱਲ ਹੋਈ ਆ ਉਦੋਂ ਬਾਅਦ ਗੱਲ ਖਾਸ ਤੌਰ 'ਤੇ ਤੁਹਾਨੂੰ ਪਤਾ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਆਪਣੇ ਪੰਜਾਬ ਦੇ ਲੁਧਿਆਣੇ 'ਚ ਹੋਇਆ ਬੀਜ ਦਾ ਸੀਡ ਦਾ ਉਹਦੇ ਬਾਰੇ ਬੈਨੀਪਾਲ ਸਾਹਿਬ ਜਿਹੜੇ ਇਹਦੇ 'ਤੇ ਚੀਫ ਨੇ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਕਿੰਨੇ ਲੋਕਾਂ ਦੇ ਸੈਂਪਲ ਫੇਲ ਹੋਏ ਆ ਜਿਹੜਾ ਇਹ ਵੱਡਾ ਇੱਕ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ
ਉਹਨਾਂ ਨੇ ਦੁਬਾਰਾ ਕਿਤੇ ਕੇਸ ਕਰਕੇ ਇਹਦਾ ਸੈਂਪਲ ਕਿਤੇ ਵਾਰਾਣਸੀ ਜਾਂ ਕਿਤੇ ਹੋਰ ਉਹਨਾਂ ਨੇ ਭੇਜਿਆ, ਉੱਥੋਂ ਵੀ ਇਹਦਾ ਸੈਂਪਲ ਫੇਲ ਹੋ ਕੇ ਆਇਆ। ਤੇ ਹਜੇ ਉਹਦੀ ਵਿਜੀਲੈਂਸ ਕੇਸ ਚੱਲ ਰਿਹਾ, ਉਹਨੂੰ ਇਲਜ਼ਾਮ ਤੱਕ ਪਹੁੰਚਾਵਾਂਗੇ ਉਹਨੂੰ, ਜਿਹੜਾ ਉਹਨੇ ਐਡਾ ਵੱਡਾ ਇਹ ਗਵਨ ਕੀਤਾ ਹੈ। ਹੋਰ ਚੌਥੀ ਗੱਲ, SDM ਸਾਹਿਬਾਨਾਂ ਨੂੰ ਸਾਰਿਆਂ ਨੂੰ ਇਹ ਹੁਕਮ ਕੀਤੇ ਗਏ ਆ ਵੀ ਤੁਸੀਂ ਖਾਸ ਤੌਰ ਤੇ, ਮਹਿਕਮੇ ਤਾਂ ਹੈ ਹੀ ਹੈ, ਪਰ SDM ਅੱਗੇ ਤੋਂ ਇੱਕ ਪ੍ਰੋਜੈਕਟ ਜਿਹੜਾ ਸੈਂਟਰ ਗਵਰਨਮੈਂਟ ਦਾ, ਤੁਸੀਂ ਵੀ ਉਹਨੂੰ ਅਡਾਪਟ ਕਰਕੇ ਵੀ ਤੁਸੀਂ ਰੈਕੋਰਡ 'ਚ ਕਿਹਨੇ ਕੀ ਕੀਤਾ, ਸਮਰਾਲੇ 'ਚ ਕਿਹਨੇ ਕੀ ਕੀਤਾ, ਇੱਕ ਪ੍ਰੋਜੈਕਟ ਤੁਸੀਂ ਆ ਕੇ ਦੱਸੋਗੇ ਵੀ ਅਸੀਂ ਆ ਕੁਆਟਰਲੀ 3 ਮਹੀਨੇ 'ਚ ਕਿਹੜੀ, ਸਾਰੀ ਚੀਜ਼ਾਂ ਤਾਂ ਉਹਨਾਂ ਨੇ ਲਾਗੂ ਕਰਨੀਆਂ, ਪਰ ਇੱਕ ਖਾਸ ਤੌਰ ਤੇ ਉਹਨੂੰ ਅਲੱਗ ਇੱਕ ਪ੍ਰੋਜੈਕਟ ਨੂੰ ਨਮੂਨੇ ਦਾ ਬਣਾ ਕੇ ਦਿਖਾਓ। ਇਹਦੇ ਉੱਤੇ ਗੱਲ ਹੋਈ ਆ। ਚੌਥੀ ਗੱਲ ਇਹ ਹੋਈ ਆ ਵੀ DC ਸਾਹਿਬ ਨੂੰ ਇਹ, ਕਿਉਂਕਿ ਸਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਤਾਂ ਬਲਾਕ ਸਮਤੀਆਂ ਦੇ ਚੇਅਰਮੈਨ ਸਾਰੇ ਮੌਜੂਦ ਸੀ, ਉਹਨਾਂ ਦੇ ਹੁੰਦੇ ਕਿਹੜੀ ਸੜਕਾਂ ਦੀ ਪ੍ਰੋਬਲਮ ਆ, ਕਿਹੜੇ ਕਿਉਂਕਿ ਬਹੁਤ ਇਹ ਗੱਲ ਸਾਹਮਣੇ ਆਈ ਵੀ ਬਹੁਤ ਜ਼ਮੀਨਾਂ ਇਹ ਪੰਚਾਇਤਾਂ ਦੀਆਂ ਜਿਹੜੀਆਂ ਜ਼ਮੀਨਾਂ ਇਹ ਜਿਹੜੀਆਂ ਲੋਕਾਂ ਨੇ ਦੱਬੀਆਂ ਹੋਈਆਂ, ਤੇ ਉਹ ਜ਼ਮੀਨਾਂ ਖਾਲੀ ਨਹੀਂ ਹੋ ਰਹੀਆਂ। ਕੋਈ ਨਾ ਕੋਈ ਸਾਡੇ ਵੱਲੋਂ ਜਿਹੜਾ ਗਵਰਨਮੈਂਟ ਵੱਲੋਂ ਜਾਂ ਲਾਇਰ ਜਾਣਾ ਚਾਹੀਦਾ, ਉਹ ਕਿਤੇ ਨਾ ਕਿਤੇ ਉਹ 'ਚ ਕਮੀ ਆ। ਇਹ ਕਿਹਾ ਵੀ ਚੰਗੇ ਤੋਂ ਚੰਗਾ ਵਕੀਲ ਆ ਜਿਹੜਾ, ਉਹਦੇ ਲਈ ਕਰਕੇ ਇਹ ਸਾਰੀਆਂ ਜ਼ਮੀਨਾਂ ਹੈ ਜਿਹੜੀਆਂ ਇਹ ਲੋਕਾਂ ਤੋਂ ਛੜਾਈਆਂ ਜਾਣ, ਜਿਨ੍ਹਾਂ ਦੀ ਪੰਚਾਇਤ ਦੀਆਂ ਜ਼ਮੀਨਾਂ, ਕੋਈ ਕਿਸੇ ਦਾ ਕੋਈ ਇੰਟਰਸਟ ਨਹੀਂਗਾ, ਇਹ ਤਾਂ ਪੰਚਾਇਤੀ ਜ਼ਮੀਨਾਂ ਹੈ। ਜੇ ਕੋਈ ਦੱਬੀ ਬੈਠਾ ਬੰਦਾ, ਉਹ ਤੋਂ ਸਰਕਾਰ ਦਾ ਕੰਮ ਆ ਉਹਨਾਂ ਤੋਂ ਛਡਾਉਣਾ। ਤੇ ਹੋਰ ਵੱਖ-ਵੱਖ ਕੈਂਪ, ਜਿਵੇਂ ਕਿ ਹਰ ਇਸ ਵੇਲੇ ਲੋੜ ਆ, ਕਿਉਂਕਿ ਆਪਾਂ ਖੇਤੀ ਦੀ ਕਿੱਡੀ ਵੱਡੀ ਗੱਲ ਰੌਲਾ ਪੈ ਰਿਹਾ ਹੈ, ਉਸ ਵੇਲੇ ਇੱਥੇ ਗੱਲ ਸਾਹਮਣੇ ਆਈ ਵੀ ਮੱਕੀ ਦੀ ਖੰਨਾ ਤੇ ਜਗਰਾਉਂ ਦੇ ਵਿੱਚ ਉਹਦੇ, ਜਿਹਨੂੰ ਆਪਾਂ ਆਪਣੇ ਖਾਦ ਆਪਣਾ ਅਚਾਰ ਕਹਿ ਦਿੰਦੇ ਆ, ਜਾਨਵਰਾਂ ਦੇ ਲਈ ਫੀਡ ਦੇ ਥਾਂ ਕੰਮ ਆਉਂਦਾ, ਉਹ ਕਹਿੰਦੇ ਬਹੁਤ ਚੰਗਾ ਕੰਮ ਖੰਨੇ ਤੇ ਜਗਰਾਉਂ 'ਚ ਹੋਇਆ। ਉਹ ਨਮੂਨਾ ਕਿਵੇਂ ਆ ਸਾਰੇ ਲੁਧਿਆਣੇ ਨੂੰ, ਬਾਕੀ ਲੋਕ ਫਾਰਮਰਸ ਨੂੰ ਦਿਖਾਇਆ ਜਾਵੇ ਵੀ ਉਹ ਨਾ ਮੱਕੀ ਬੀਜੀ ਜਾ ਸਕੇ, ਤੇ ਉਹ 'ਚ ਕਮਾਈ ਕਹਿੰਦੇ ਬਹੁਤ ਵਧੀਆ ਕਮਾਈ ਹੈ ਫਾਰਮਰਸ ਨੂੰ, ਆਪਣੇ ਰਾਜਸਥਾਨ ਤੱਕ ਉਹ ਜਿਹੜਾ ਅਚਾਰ ਆ ਉਹ ਜਾ ਰਿਹਾ। ਤੇ ਇਹੋ ਜਿਹੀਆਂ ਗੱਲਾਂ ਬਹੁਤ ਨੇ ਜਿਹੜੇ ਵੱਖ-ਵੱਖ ਇਸ਼ੂਜ਼ ਤੇ ਇਹ ਗੱਲਾਂ ਅੱਜ ਹੋਈਆਂ, ਤੇ ਜਿਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਫੈਸਲੇ ਲਏ ਜਾਣਗੇ। ਤੇ ਸ਼ਹਿਰ ਵਾਰੀ ਇੱਕ ਖਾਸ ਤੌਰ ਤੇ ਗੱਲ ਹੋਈ ਆ, ਜਿਹੜੇ ਅੰਕੜੇ ਆਏ ਆ ਤਕਰੀਬਨ ਉਹ 65% ਜਿੱਥੇ ਵੀ ਹੈਲਥ ਮਹਿਕਮੇ ਨੇ ਚੈੱਕ ਕੀਤਾ ਹੈ ਪਾਣੀ, ਚਾਹੇ ਸਕੂਲ ਦੇ ਹੋਣ ਚਾਹੇ ਟਿਊਬਲਾਂ ਦੇ ਹੋਣ, ਉਹ ਪਾਣੀ ਜਿਹੜਾ ਹੈ ਪੀਣ ਯੋਗ ਉਹ ਸੈਂਪਲਾਂ ਵਿੱਚ ਫੇਲ ਹੋਇਆ ਹੈ। ਤੇ ਇਹ ਕਾਰਪੋਰੇਸ਼ਨ ਨੂੰ ਕਿਹਾ ਹੈ ਵੀ ਆਪਣੇ ਟਿਊਬਲ ਭਾਈ ਜਿਹੜੇ ਇਹਨਾਂ ਦੇ ਦੱਸੇ ਆ, ਉਹਨਾਂ ਨੂੰ ਦੇਖੋ ਕੀ ਉਹ ਪਾਣੀ ਦੁਬਾਰਾ ਉਹ ਸੁਧਰ ਗਿਆ ਹੈ, ਜੇ ਨਹੀਂ ਸੁਧਰਿਆ ਤਾਂ ਕਿਉਂ ਹਜੇ ਤੱਕ ਡਿਲੇ ਕਿਉਂ ਆ, ਜਦੋਂ ਹੈਲਥ ਮਹਿਕਮਾ ਕਹਿ ਰਿਹਾ। ਤੇ ਜੇ ਉਹ ਪਾਣੀ ਹਜੇ ਚੱਲ ਰਿਹਾ ਸਕੂਲਾਂ ਜਾਂ ਬਾਕੀ ਟਿਊਬਲਾਂ 'ਚ, ਉਹ ਬਹੁਤ ਵੱਡੀ ਕੋਤਾਹੀ ਆ। ਤੇ ਉਹਦੇ ਉੱਤੇ ਵੱਡਾ ਸਟਿੱਕਰ, ਜਿਵੇਂ ਆਪਾਂ ਕੋਵਿਡ ਦੇ ਤੌਰ ਤੇ ਆਪਾਂ ਯੂਜ਼ ਕੀਤਾ, ਵੀ ਘਰਾਂ ਤੇ ਲਾ ਦਿੰਦੇ ਸੀ ਵੀ ਆ ਕੋਵਿਡ ਹੋਇਆ ਜਾਂ ਇੱਥੇ ਕਰੋਨਾ ਹੋਇਆ, ਉਸ ਤਰੀਕੇ ਨਾਲ ਉਸ ਟੈਂਕੀ 'ਚ ਉਸ ਜਿਹੜਾ ਪੀਣਯੋਗ ਜਿਹੜਾ ਆਪਣਾ ਟਿਊਬਲ ਚੱਲਦੇ ਆ ਜਿੱਥੇ, ਜਾਂ ਜਿਹੜੀ ਟੂਟੀ ਆ ਉਹ 'ਚ ਜਿਹੜਾ ਪੀਣਯੋਗ ਦਾ ਮੂਹਰੇ ਲਿਖਿਆ ਹੋਵੇ ਵੀ ਇਹ ਪਾਣੀ ਹਜੇ ਨਹੀਂ ਪੀਣਾ, ਜਿੰਨਾ ਚਿਰ ਇਹਦੀ ਅਸੀਂ ਇਹਨੂੰ ਚੇਂਜ ਨਹੀਂ ਕਰਦੇ। ਇਹੋ ਜਿਹੀ ਹਰ ਮੁੱਦੇ ਤੇ ਜਿਹੜੀਆਂ ਗੱਲਾਂ ਹੋਈਆਂ ਹੈ। ਇੱਕ ਹੋਰ ਬੜੀ ਵੱਡੀ, ਇੱਕ ਤਾਂ ਦੇਖੋ ਸਕੀਮਾਂ ਬਹੁਤ ਹੁੰਦੀਆਂ, ਕਈ ਵਾਰ ਮੈਂ ਖਾਸ ਤੌਰ ਤੇ ਚੇਅਰਮੈਨ ਬੁਲਾ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਗਰਾਊਂਡ ਨਾਲ ਜੁੜੇ ਆ। ਹੁਣ ਇੱਕ ਫੈਸਲਾ ਇਹ ਆ ਵੀ ਹਰੇਕ ਜਿੱਥੇ 50% SC ਆਬਾਦੀ ਆ, ਉਹਦੇ ਪਿੰਡਾਂ ਲਈ ਅਲੱਗ ਗ੍ਰਾਂਟ ਆ ਜਿਹੜੀ ਸਾਡੇ ਕੋਲ ਪਈ ਆ, ਉਹ ਅੱਗੇ ਜਾਣੀ ਚਾਹੀਦੀ ਆ। ਹਰ ਘਰ ਟੂਟੀ ਦੀ ਜਿਹੜੀ ਗੱਲ ਆ, ਉਹ ਸਾਰਾ ਖਰਚ ਜਿਹੜਾ ਉਹ ਸਰਕਾਰ ਨੇ ਕਰਨਾ ਹੈ। ਉਹ ਪੰਚਾਇਤਾਂ ਨੂੰ ਕਿਹਾ ਵੀ ਭਾਈ ਆਪਣਾ ਸਾਰੇ ਡਾਟਾ ਦਿਓ, ਜਿੱਥੇ ਨਹੀਂ ਗੀ ਗਰੀਬ ਆਦਮੀ ਦੇ ਕੋਲ, ਜਿੱਥੇ ਤਾਂ ਵੱਡਾ ਪਿੰਡ ਆ ਜਿੱਥੇ ਟੂਟੀਆਂ ਦੀ ਕਾਫੀ ਜ਼ਿਆਦਾ ਕਮੀ ਆ, ਉੱਥੇ ਤਾਂ ਨਿਵਾੜ ਵੱਲੋਂ ਟੈਂਕੀ ਤੇ ਹੋਰ ਸਾਰਾ ਪ੍ਰਬੰਧ ਕੀਤਾ ਜਾਣਾ। ਜਿੱਥੇ 10-20 ਘਰ ਨੇ ਉੱਥੇ ਇਕੱਲਾ ਪਾਈਪਲਾਈਨ ਪੈ ਕੇ ਟੂਟੀਆਂ ਲੱਗਣੀਆਂ ਹੈ। ਤੇ ਬਹੁਤ ਇਹੋ ਜਿਹੀਆਂ ਸਕੀਮਾਂ ਹੈ ਜਿਹੜੀਆਂ ਇੱਥੇ ਪਤਾ ਲੱਗਦੀਆਂ ਹੈ। ਤੇ ਇਸੇ ਕਰਕੇ ਪਾਰਟਿਸਿਪੇਸ਼ਨ ਜਿਹੜੇ ਸਾਰੇ ਚੇਅਰਮੈਨਾਂ ਦੀ ਅੱਜ ਲੁਧਿਆਣਿਆਂ ਦੀ ਇਹਨਾਂ ਦੀ ਕੀਤੀ ਆ, ਕਿਉਂਕਿ ਜੁੜੇ ਇਹ ਹੋਇਆ ਗਰਾਊਂਡ ਲੈਵਲ। ਐਪੀ ਸਾਹਿਬ, ਕਈ ਵੈਲਫੇਅਰ ਦੀਆਂ ਸਕੀਮਾਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ, ਪਰ ਜਾਗਰੂਕਤਾ ਦੀ ਕਮੀ ਕਰਕੇ ਉਹ ਸਕੀਮਾਂ ਜਿਹਨਾਂ ਲੋਕਾਂ ਨੂੰ ਚਾਹੀਦੀਆਂ ਮਿਲਣੀਆਂ ਉੱਥੇ ਲਾਭ ਪਹੁੰਚਦਾ ਨਹੀਂ ਹੈਗਾ। ਉਹਦੇ ਬਾਰੇ ਨਹੀਂ, ਮੈਂ 100% ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਨੂੰ। ਜੇ ਮੈਂ ਇਹ ਕਹੂੰਗਾ ਵੀ ਇਹ ਗੱਲ ਕਮੀ ਨਹੀਂ ਗੀ ਤਾਂ ਉਹ ਝੂਠ ਹੋਏਗਾ। ਇਹ ਕਮੀ 100% ਹੈਗੀ ਆ। ਜਿਵੇਂ ਅੱਜ ਇੱਕ ਗੱਲ ਹੋਈ ਵੀ ਜਦੋਂ ਅਸੀਂ ਕਿਸੇ ਨੇ ਵੀ ਡਿਲੀਵਰੀ ਕਰਾਉਣੀ ਆ, ਕੋਈ ਵੀ ਹੋਵੇ, ਉਹਨੂੰ ਅੱਜ ਹਸਪੀਟਲਾਂ ਦੇ ਵਿੱਚ ਕੀ ਹੁੰਦਾ, ਅੱਜ ਦੀ ਸਥਿਤੀ ਮੈਂ ਦੱਸਦਾ ਵੀ ਅੱਜ ਚੰਗਾ ਬੰਦਾ ਵੀ ਪ੍ਰਾਈਵੇਟ ਹਸਪੀਟਲ 'ਚ ਕਈ ਵਾਰ ਡਿਲੀਵਰੀ ਕਰਾਉਣ ਨਹੀਂ ਜਾਂਦਾ ਵੀ ਇਹ ਇੱਕ ਬਣ ਗਿਆ ਵੀ ਇਹ ਆਪਰੇਸ਼ਨ ਕਰਨਗੇ, ਜਿਹੜੀ ਇਹ ਸਰਜਰੀ ਕਰਨਗੇ।
ਤੇ ਇਸ ਕਰਕੇ ਲੋਕ ਚਾਹੁੰਦੇ ਆ ਵੀ ਅਸੀਂ ਸਰਕਾਰੀ ਕਿਤੇ ਵੀ ਸਿਵਲ ਹਸਪੀਟਲ ਜਾਂ ਜਿਹੜੇ ਹੋਰ ਹਸਪੀਟਲ ਨੇ ਡਿਸਪੈਂਸਰੀਜ਼ ਆ ਉਹ 'ਚ ਜਾਈਏ। ਪਰ ਇੱਥੇ ਇਹ ਵੀ ਆ ਵੀ ਜੇ ਕਿਸੇ ਨੇ ਡਿਲੀਵਰੀ ਕਰਾਉਣੀ ਉਹ ਵੀ ਮੁਫਤ ਆ, ਤੇ ਪਰ ਕਿਸੇ ਨੂੰ ਨਹੀਂ ਪਤਾ, ਕਿਤੇ ਨਹੀਂ ਇਹਦਾ ਲੱਗਿਆ। ਤੇ ਇਹ ਅੱਜ ਫੈਸਲਾ ਹੋਇਆ ਵੀ ਇਹਦੇ ਵਿੱਚ ਪੈਸਾ ਵੀ ਦੀ ਕੋਈ ਕਮੀ ਨਹੀਂ। ਜੱਚਾ ਬੱਚਾ ਦੇ ਜਿਹੜੀ ਸਕੀਮ ਉਹਦੇ ਤਹਿਤ ਹਰ ਜਗ੍ਹਾ ਇਹਦੇ ਬੋਰਡ ਲਗਾਓ, ਉੱਥੇ ਦੱਸੋ ਵੀ ਜੇ ਕੋਈ ਵੀ ਡਿਲੀਵਰੀ ਕਰਾਉਣਾ ਚਾਹੁੰਦਾ ਏ ਉਹਦੀ ਮੁਫਤ ਹੋਏਗੀ। ਤੇ ਇਹ ਵੀ ਮੈਂ ਕਾਫੀ ਸਖਤੀ ਨਾਲ ਅੱਜ ਕਿਹਾ ਏ, ਕਿਉਂਕਿ ਅੱਜ ਚਲੋ ਹੈਲਥ ਮਹਿਕਮੇ ਦੀ ਤਾਰੀਫ ਕਰਨੀ ਸੀ, ਉਹ ਅੱਜ ਹਰ ਗੱਲ ਉਹਨਾਂ ਨੂੰ, ਕਿਉਂਕਿ ਬਹੁਤ ਔਖਾ ਸਥਿਤੀ 'ਚੋਂ ਲੰਘੇ ਆ। ਕੋਈ ਵੀ ਡਾਕਟਰ ਸਰਕਾਰੀ ਹਸਪੀਟਲ ਜੇ ਇਹ ਗੱਲ ਕਰਦਾ ਵੀ ਉਹ ਰੈਫਰ ਕਰਦਾ ਏ ਪ੍ਰਾਈਵੇਟ ਹਸਪੀਟਲ ਨੂੰ, ਤਾਂ ਉਹਦੇ ਉੱਤੇ ਵੀ ਕਾਰਵਾਈ ਕਰਨ ਨੂੰ ਇਹ ਕਿਹਾ ਏ ਵੀ ਜਦੋਂ ਬੰਦਾ ਤਾਂ ਇਹ ਕਹਿ ਰਿਹਾ ਵੀ ਬਾਹਰ ਪ੍ਰਾਈਵੇਟ 'ਚ ਆਪਰੇਸ਼ਨ ਅਸੀਂ ਨਹੀਂ ਕਰਾਉਣਾ, ਆਮ ਤੌਰ 'ਤੇ ਉਹ ਕਰਦੇ ਆ, ਤੇ ਅਸੀਂ ਸਰਕਾਰੀ, ਜੇ ਸਰਕਾਰੀ ਫਿਰ ਉਹਨੂੰ ਕਿਤੇ ਰੈਫਰ ਕਰਦਾ ਤੇ ਉਹਦੇ ਉੱਤੇ ਵੀ ਸਖਤ ਕਾਰਵਾਈ ਹੋਵੇ। ਇਹਦਾ ਵੀ ਅੱਜ ਫੈਸਲਾ ਲਿਆ। ਅੰਗੇ ਸਾਹਿਬ, ਬਿਹਾਰ ਦੇ ਇਲੈਕਸ਼ਨ ਦੇ ਅੱਜ ਰਿਜ਼ਲਟ ਆ ਰਿਹਾ, ਰਿਜ਼ਲਟ ਚੱਲ ਰਿਹਾ ਹੈ, ਉਸ ਨੂੰ ਲੈ ਕੇ ਤਾਂ ਦੋਵੇਂ ਪਾਰਟੀਆਂ ਲਗਭਗ ਬਰਾਬਰੀ ਤੇ ਚੱਲ ਰਹੀਆਂ ਨੇ। ਲੱਗਦਾ ਕਿ ਕਾਂਗਰਸ ਦਾ ਉੱਥੇ ਵੋਟ ਸ਼ੇਅਰ ਥੋੜਾ ਵਧਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਿਹਨਤ ਕਰ ਸਕਦੇ। ਦੇਖੋ, ਮੈਨੂੰ ਤਾਂ ਮੈਂ ਐਵੇਂ ਹੀ ਕਹਾਂ, ਸਾਨੂੰ ਤਾਂ ਜੋ ਚੈਨਲਸ ਦੱਸ ਰਹੇ ਸੀ, ਜੋ ਹਰ ਚੈਨਲ ਦੱਸ ਰਹੇ ਸੀ, ਉਹ ਬੜਾ ਮਹਾਗਠਬੰਧਨ ਨੂੰ ਬਹੁਤ ਵਧੀਆ ਲੀਡ ਦੇ ਰਹੇ ਸੀ, ਚੰਗੀ ਦੇ ਰਹੇ ਸੀ। ਪਰ ਹੁਣ ਜੋ ਤੁਸੀਂ ਕਹਿ ਰਹੇ ਹੋ ਬਰਾਬਰ ਦੀ ਫਾਈਟ ਆ, ਜਾਂ ਜਿਹੜਾ ਬੀਜੇਪੀ ਤੇ ਉਹ ਅੱਗੇ ਆ, ਇਸ ਕਰਕੇ ਕਿਤੇ ਨਾ ਕਿਤੇ ਤਾਂ ਲੱਗ ਰਿਹਾ ਸੀ ਵੀ ਇੱਕ ਬਹੁਤ ਵੱਡੀ ਆਸ ਸੀ ਕਾਂਗਰਸ ਤੇ ਲਾਲੂ ਜੀ ਦੀ ਪਾਰਟੀ ਆ ਜਿਹੜੀ ਆਰਜੇਡੀ। ਪਰ ਜੇ ਕਮੀ ਹੋਈ ਆ, ਇਹ ਕਿਉਂ ਹੋਈ, ਇਹ ਬੜਾ ਸ਼ੱਕ ਦਾ, ਕਿਉਂਕਿ ਜਿਹੜੀਆਂ ਰੈਲੀਆਂ ਸੀ, ਜਿਹੜੇ ਇਕੱਠ ਸੀ ਲੋਕਾਂ ਦੇ, ਉਹ ਤਾਂ ਝੂਠ ਨਹੀਂ ਕਦੇ ਬੋਲਦੇ। ਜੋ ਜੋਸ਼ ਸੀ, ਜੋ ਇੱਕ ਪ੍ਰਾਈਮ ਮਿਨਿਸਟਰ ਜਦੋਂ ਗਿਆ ਤਾਂ ਉੱਥੇ 3 ਰੈਲੀਆਂ ਜਿਹੜੀਆਂ ਪ੍ਰਾਈਮ ਮਿਨਿਸਟਰ ਦੀਆਂ ਫੇਲ ਹੋ ਗਈਆਂ। ਤੇ ਇਹ ਰਿਜ਼ਲਟ ਜਿਹੜਾ ਆ ਰਿਹਾ, ਇਹਦੇ ਵਿੱਚ ਮੈਨੂੰ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਜੋ ਰਿਜ਼ਲਟ ਆਉਣਾ ਚਾਹੀਦਾ ਸੀ, ਉਹ ਸਾਡੇ ਲਈ ਇਹ ਰਿਜ਼ਲਟ ਨਹੀਂ ਗਾ। ਐਗਜ਼ਿਟ ਪੋਲ ਦੇ ਵਿੱਚ ਵੀ ਦਿਖਾਇਆ ਸੀ ਆਰਜੇਡੀ ਜਿਹੜੀ ਮੈਂ ਕਿਹਾ ਜੀ, ਜਿਹੜੇ ਚੈਨਲ ਪੂਰੇ ਪੱਕੇ ਬੀਜੇਪੀ ਦੇ ਚੈਨਲ ਜਿਹੜੇ ਕਹੇ ਜਾਂਦੇ ਆ, ਜਿਹੜਾ ਅੰਬਾਨੀ ਚੈਨਲ ਚਲਾਉਂਦਾ ਏ, ਰਿਲਾਇੰਸ ਚਲਾਉਂਦਾ ਏ, ਉਹ ਚੈਨਲਾਂ ਤੇ ਜਿਹੜਾ ਹੈ ਉਹ ਮਹਾਗਠਬੰਧਨ ਬਹੁਤ ਵੱਡੀ ਲੀਡ ਤੇ ਸੀ। ਤੇ ਇਹ ਜਿਹੜੇ ਹੁਣ ਰਿਜ਼ਲਟ ਆ ਰਹੇ ਨੇ, ਉਹ ਕਿਤੇ ਨਾ ਕਿਤੇ ਹੋਰ ਨੇ। ਲੱਗਦਾ ਜੀ ਪੰਜਾਬ ਦੀ ਰਾਜਨੀਤੀ ਦਾ ਫਰਕ ਪਊਗਾ ਬਿਹਾਰ ਦੀ ਇਲੈਕਸ਼ਨ ਦਾ ਰਿਜ਼ਲਟ? ਨਹੀਂ, ਉਹ ਤਾਂ ਉੱਥੇ ਤਾਂ, ਕਿਉਂਕਿ ਕਾਂਗਰਸ ਤਾਂ ਉੱਥੇ ਤਾਂ ਇੱਕ ਛੋਟਾ ਪਾਰਟਨਰ ਆ ਕਾਂਗਰਸ ਤਾਂ, ਉਹ ਤਾਂ ਉਨੀਆਂ ਕੁ ਜਿਹੜੀਆਂ ਸੀਟਾਂ 20 25 30 ਸੀਟਾਂ ਉਨੀਆਂ ਕੁ ਪਹਿਲਾਂ ਮੈਨੂੰ ਲੱਗਦਾ 27 ਸੀ, ਹੁਣ ਵੀ ਇਹ 25 ਕਿਤੇ ਜਿੱਤ ਰਹੇ ਆ, ਜਾਂ ਹੋਰ ਅੱਗੇ ਰਿਜ਼ਲਟ ਜਿਹੜਾ ਆ ਹੀ ਗਿਆ ਹੁਣ ਮੈਨੂੰ ਨਹੀਂ ਪਤਾ। ਪਰ ਕਾਂਗਰਸ ਦੀ ਰਾਜਨੀਤੀ ਤੇ ਪਵੇ ਨਾ ਪਵੇ, ਪਰ ਜਿਹੜਾ ਇੱਕ ਐਨਡੀਏ ਨੂੰ ਜਿਹੜੀ ਢਾਹ ਲੱਗਣੀ ਸੀ, ਜਿਵੇਂ ਕਿ ਅਕਾਲੀ ਦਲ ਬਾਹਰ ਹੋ ਗਿਆ ਸੀ, ਸ਼ਿਵ ਸੈਨਾ ਬਾਹਰ ਹੋ ਗਈ ਸੀ, ਜੇ ਕਿਤੇ ਇੱਥੇ ਵੀ ਜੇਡੀਯੂ ਜੇ ਹਾਰ ਜਾਂਦਾ ਤਾਂ ਮੈਂ ਸਮਝਦਾ ਐਨਡੀਏ ਦਾ ਨਾਂ ਹੀ ਨਹੀਂ ਕੋਈ ਰਹਿਣਾ ਸੀ। ਐਨਡੀਏ ਤਾਂ ਹੁਣ ਵੀ ਨਹੀਂ ਬਚਣੀ। ਮੈਨੂੰ ਨਹੀਂ ਲੱਗਦਾ, ਜੇ ਜਿਸ ਹਿਸਾਬ ਨਾਲ ਅੰਕੜੇ ਦੱਸ ਰਿਹਾ ਵੀ ਬੀਜੇਪੀ ਆ ਜਿਹੜੀ ਉਹ ਸਿੰਗਲ ਲਾਰਜੈਸਟ ਪਾਰਟੀ ਬਣ ਰਹੀ ਹੈ ਤੇ ਜੇਡੀਯੂ ਪਿੱਛੇ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਜੇਡੀਯੂ ਨੂੰ, ਨਤੀਸ਼ ਨੂੰ ਇਹ ਨਾ ਹੋਵੇ ਕਿਤੇ ਬੀਜੇਪੀ ਤੇ ਕੀ ਨਾਮ ਮੁੰਡਾ ਦੂਜਾ ਪਾਸਵਾਨ, ਉਹ ਆਪਣੀ ਕੋਈ ਚਾਲ ਖੇਲਣ, ਜਾਂ ਹੋਰ ਉੱਥੇ ਕਈ ਪਲੇਅਰ ਨੇ। ਪਰ ਸਾਨੂੰ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਝਟਕਾ ਐਨਡੀਏ ਨੂੰ ਲੱਗਣਾ ਚਾਹੀਦਾ ਸੀ, ਉਹ ਕਿਤੇ ਨਾ ਕਿਤੇ ਜਿਹੜੀ ਆਸ ਸੀ ਉਹ ਜ਼ਰੂਰ ਟੁੱਟੀ ਆ। ਪਰ ਪੰਜਾਬ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਪੰਜਾਬ 'ਚ ਬੀਜੇਪੀ ਨੂੰ ਕਿਤੇ ਪੈਰ ਲੱਗਣ ਦੀ ਥਾਂ ਹੈਗੀ ਆ? ਤੁਸੀਂ ਹੈ ਕੋਈ ਬੀਜੇਪੀ ਦੇ ਲੀਡਰ ਵਿਚਾਰੇ ਦਿੱਲੀ ਬੈਠੇ ਆ ਸਾਰੇ, ਆ ਮੈਂ ਉੱਥੋਂ ਵੀ ਆਇਆ, ਸਾਡੀਆਂ ਮੀਟਿੰਗਾਂ ਸੀ ਪਿਊਸ਼ ਗੋਇਲ ਤੇ ਅਮਿਤ ਸ਼ਾਹ ਜੀ ਨਾਲ, ਇਹ ਤਾਂ ਉੱਥੇ ਹੀ ਬੈਠੇ ਆ ਉਹਨਾਂ ਦੀ ਗੋਦੀਆਂ 'ਚ, ਇੱਥੇ ਪੰਜਾਬ ਆਉਂਦੇ ਨਹੀਂਗੇ, ਸ਼ੰਭੂ ਤੋਂ ਵੜਨ ਨਹੀਂ ਦਿੰਦਾ ਇਹਨਾਂ ਨੂੰ ਕੋਈ। ਸਰ, ਮੀਟਿੰਗ ਦੇ ਕੀ ਨਤੀਜੇ ਨਿਕਲੇ ਜੀ, ਜਿਹੜੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਉਹ 'ਚ? ਦੇਖੋ, ਇੱਕ ਗੱਲ ਨੂੰ ਸਮਝੋ, ਮੈਂ ਅੱਜ ਸਾਰੀ ਗੱਲ ਤੁਹਾਡੇ ਮੂਹਰੇ ਰੱਖਦਾ। ਇੱਕ ਜਿਹੜੇ ਮੈਂਬਰ ਪਾਰਲੀਮੈਂਟ ਆ, ਇੱਕ ਲੜਾਈ ਦਾ ਜਿਹੜਾ ਇੱਕ ਇਹ ਹੋ ਗਿਆ ਸੀ ਵੀ ਸੈਂਟਰ ਵਰਸਸ ਪੰਜਾਬ ਸਟੇਟ ਹੋ ਗਈ ਸੀ ਗੱਲ। ਤੇ ਮੇਰੀ ਤਾਂ ਹਮੇਸ਼ਾ ਇਹ ਮੈਂ ਕਹਿਣਾ ਰਿਹਾ ਹੈ ਵੀ ਸਾਡਾ ਹਿੰਦੁਸਤਾਨ ਤੇ ਸਭ ਤੋਂ ਵੱਧ ਹੱਕ ਸਾਡਾ ਹੈ। ਕੁਰਬਾਨੀਆਂ ਹੀ 2 ਸਟੇਟਾਂ ਨੇ ਦਿੱਤੀਆਂ ਹੈ, ਇੱਕ ਦਿੱਤੀ ਹੈ ਵੈਸਟ ਬੰਗਾਲ ਨੇ, ਤੇ ਉਦੋਂ ਵੱਧ ਪੰਜਾਬ ਦੇ ਨੁਕਸਾਨ ਵੰਡੇ ਵੀ ਅਸੀਂ ਗਏ ਹਾਂ, ਸਾਡਾ ਪੰਜਾਬ ਉੱਧਰ ਰਹਿ ਗਿਆ। ਤੇ ਵੀ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਦੇਣ ਟੈਰਰਿਜ਼ਮ ਅਸੀਂ ਝੱਲਿਆ, ਸਭ ਕੁਝ ਅਸੀਂ। ਤੇ ਇਸ ਕਰਕੇ ਵੀ ਅਸੀਂ, ਸਾਡਾ ਜਿਹੜਾ ਹੱਕ ਆ ਸੈਂਟਰ ਤੇ, ਉਹ ਦੂਜੀਆਂ ਸਟੇਟਾਂ ਨਾਲੋਂ ਵੱਧ ਆ। ਤੇ ਇੱਥੇ ਕਈ ਐਸੇ ਮੋਰਚੇ ਲੱਗੇ ਹੋਏ ਸੀ ਕਿਸਾਨਾਂ ਤੋਂ ਇਲਾਵਾ, ਕਿਸਾਨਾਂ ਨੇ ਕਦੇ ਗੱਲ ਨਹੀਂ ਇਹ ਕੀਤੀ, ਪਰ ਕਈ ਮੋਰਚੇ ਐਸੇ ਲੱਗੇ ਸੀ, ਕਈ ਲੀਡਰ ਵੀ, ਮੈਂ ਤਾਂ ਓਪਨਲੀ ਇਹ ਉਹਨਾਂ ਦੀ ਨਿੰਦਿਆ ਕੀਤੀ ਸੀ ਵੀ ਉਹ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਦੇ ਸੀ, ਖੁਦ MSP ਦੇਣ ਦੀ ਗੱਲ ਕਰਦੇ ਸੀ, ਖੁਦ ਇਹੋ ਜਿਹੀਆਂ ਗੱਲਾਂ ਕਰਦੇ ਜਿਹੜੀਆਂ ਕਿ ਪੋਸੀਬਲ ਨਹੀਂ। ਸਾਡੇ ਕੋਲ ਤਾਂ
ਪੰਜਾਬ ਦਾ ਇਹ ਹਾਲਾਤ ਨੇ ਵੀ ਸਾਡੇ ਕੋਲ ਤਾਂ ਤਨਖਾਹਾਂ ਦੇਣ ਨੂੰ ਹਾਲਾਤ ਨੇ ਜਿਹੜੇ ਉਹ ਔਖੇ ਹੋਏ ਪਏ ਆ। ਤੇ ਅਸੀਂ ਜਿਵੇਂ ਬੰਪਰ ਕ੍ਰੌਪ ਇਸ ਵਾਰ ਹੋਈ ਆ ਮੱਕੜ ਸਾਹਿਬ, ਆਪਣੇ ਗੌਰਵ ਜੀ ਜਾਂ ਧੁੰਨਾ ਜੀ ਜਾਂ ਬਾਕੀ ਮੇਰੇ ਮੀਡੀਆ ਵਾਲੇ ਸਤਿਕਾਰੀ ਉਹ ਖੜੇ ਆ, 20 ਹਜ਼ਾਰ ਕਰੋੜ ਰੁਪਈਆ, 20 ਤੋਂ 30 ਹਜ਼ਾਰ ਕਰੋੜ ਰੁਪਈਆ ਇਸ ਵਾਰ ਸਾਡਾ ਜਿਹੜਾ ਪੈਡੀ ਦਾ ਉਹ ਸਾਨੂੰ FCI ਵੱਲੋਂ MSP ਦਾ ਪੈਦਾਵਾਰ ਜਿਹੜੀ ਵੱਧ ਹੋਈ ਆ ਤਾਂ ਉਹਨਾਂ ਨੂੰ ਦੇਣਾ ਪਿਆ ਏ। ਤੇ ਅਸੀਂ ਕਿੱਥੋਂ ਚੱਲ ਲਾਂਗੇ? ਸਾਡੇ ਕੋਲ ਤਾਂ ਜਿਹੜਾ ਇਹ ਹਰ ਸਾਲ ਉਹ ਜੇ ਅਸੀਂ ਬਜਟ ਦੇਖੀਏ ਤਾਂ ਸਾਡੇ ਕੋਲ ਤਾਂ 10,000 ਕਰੋੜ ਰੁਪਈਏ ਤੋਂ ਉੱਤੇ ਦਾ ਘਾਟਾ ਪੈਂਦਾ ਹੈ ਸਾਨੂੰ। ਤੇ ਟੋਟਲ ਬਜਟ ਹੀ ਸਾਡਾ ਟੋਟਲ 64-65 ਹਜ਼ਾਰ ਕਰੋੜ ਦਾ ਇਹ ਟੋਟਲ ਆਪਣਾ ਬਜਟ 64-65 ਹਜ਼ਾਰ ਕਰੋੜ ਦਾ। ਤੇ ਜਿਹੜੀ ਖਰੀਦ ਹੁੰਦੀ ਹੈ ਕੱਲੀ ਇਸ ਵਾਰ, ਪਿਛਲੀ ਵਾਰ ਜੇ 70,000 ਕਰੋੜ ਦੀ ਸੀ, ਇਸ ਵਾਰ ਉਹ ਟੱਪ ਕੇ 90,000 ਕਰੋੜ ਰੁਪਈਆ ਹੋ ਗਈ। ਜਿਹੜੀ ਕੱਲੀ ਦੋਨੋਂ ਫਸਲਾਂ ਖਰੀਦਦੇ ਆ ਆਪਾਂ, ਉਹ ਡਾਟਾ ਜੇ ਆਊਗਾ ਅਗਲਾ, ਉਹ ਇਸ ਵਾਰ 70,000 ਕਰੋੜ ਤੋਂ ਟੱਪ ਕੇ 90,000 ਕਰੋੜ ਨੂੰ ਟੱਚ ਕਰੂਗਾ। ਤੇ ਇਹ ਜਿਹੜੇ ਮੈਂ ਤਾਂ ਸਮਝਦਾ ਕੈਸੀ ਉਹਨਾਂ ਦੀ ਬੁੱਧੀ ਆ, ਕੈਸੀ ਉਹਨਾਂ ਦੀ ਸੋਚ ਆ, ਜਿਹੜੇ ਉਹ ਕਹਿੰਦੇ ਆ ਵੀ ਪੰਜਾਬ MSP ਦੇਵੇ, ਉਹ ਵੀ 23 ਫਸਲਾਂ ਨੂੰ ਦੇਵੇ, ਸਾਡਾ GST ਉਹ ਜਾਂਦਾ। ਨਾਲੇ ਸਾਡਾ ਹਿੰਦੁਸਤਾਨ ਸਾਡਾ ਦੇਸ਼ ਆ ਬਈ, ਅਸੀਂ ਅਲੱਗ ਥੋੜ੍ਹੀ ਆ ਕੋਈ, ਅਸੀਂ ਤਾਂ ਉਹ ਤੋਂ ਹਿੱਸਾ ਲੈਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਜਦੋਂ ਪੀਯੂਸ਼ ਗੋਇਲ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਨਾ ਸੁਣਨਯੋਗ ਸੀ। ਤੇ ਕੋਈ ਸਿਆਣਾ ਪੋਲੀਟੀਕਲ ਬੰਦਾ ਨਹੀਂ ਕਰਦਾ, ਕਿਉਂਕਿ ਸਭ ਤੋਂ ਪਹਿਲਾਂ ਆ ਚੁੱਗ ਐਂਡ ਕੰਪਨੀ ਤੇ ਆ ਨਕਲੀ ਜਿਹੜਾ ਸਰਦਾਰ ਬਣਿਆ ਏ, ਆ ਕੀ ਨਾਮ ਆ ਪੁਰੀ, ਇਹਦਾ ਵੀ ਬਾਲ ਬੜਾ ਮਚਾਇਆ ਜੀ, BJP ਬੜਾ ਵਿਰੋਧ ਕਰ ਰਹੀ ਹੈ। ਤੁਸੀਂ ਸੁਣੋ BJP ਦਾ ਪੱਲੇ ਕੀ ਆ ਯਾਰ, ਛੱਡੋ BJP ਵਾਲਾ। ਆ ਬੈਠਾ ਮੈਂ, ਆ ਜਾਣ BJP ਮੇਰੇ ਨਾਲ ਗੱਲ ਕਰੇ, ਐਵੇਂ ਹੀ ਉੱਥੇ ਸੜਕਾਂ ਤੇ 20 ਮੈਂ ਗਿਣਤੀ 'ਚ ਗਿਣੀ ਸੀ ਵੀ ਕਿੰਨੇ ਬੰਦੇ ਸੀ, 15ਵਾਂ ਬੰਦਾ ਨਹੀਂ ਸੀ, 14 ਵੀ ਪੂਰੇ ਨਹੀਂ ਸੀਗੇ। ਤੇ ਗੱਲ ਮੇਰੇ ਨਾਲ ਆ ਕੇ ਆਮਣੇ ਸਾਹਮਣੇ ਕਰ ਲੈਣ ਮੈਨੂੰ, ਮੈਂ ਡਰਦਾ ਇਹਨਾਂ ਤੋਂ, BJP ਵਾਲਿਆਂ ਤੋਂ ਜਾਂ ਹੋਰਾਂ ਤੋਂ। ਉੱਥੇ ਪੁਤਲੇ ਸਾੜੀਆਂ ਮੇਰੇ ਨਾਲ ਗੱਲ ਕਰਨ ਆ ਕੇ, ਮੈਂ ਸਿੱਧੇ ਇੱਥੇ ਬੈਠਾ ਹੁਣ ਮੈਂ ਤੁਹਾਡੇ ਮੂਹਰੇ ਕਹਿੰਦਾ ਆ ਜਾ ਮੇਰੇ ਨਾਲ। ਗੱਲ ਇਹ ਨਹੀਂ ਵੀ ਚੁੱਗ ਤੇ ਇਹ ਪਹਿਲਾਂ ਪਹੁੰਚੇ ਹੋਏ, ਉਹ ਪੀਯੂਸ਼ ਗੋਇਲ ਨੂੰ ਪੁੱਠੀ ਪੱਟੀ ਪੜ੍ਹਾਈ ਤੇ ਉਹ ਕਹਿੰਦਾ ਜੀ ਇਹ ਤਾਂ ਕਾਂਗਰਸ ਦਾ ਧਰਨਾ, ਇਹ ਤਾਂ ਤੁਹਾਡੀ ਸਰਕਾਰ ਨੇ ਬਿਠਾਏ ਹੋਏ ਨੇ। ਅਸੀਂ ਕਿਹਾ ਜੀ ਤੁਸੀਂ ਪਹਿਲਾਂ ਕਿਸਾਨਾਂ ਨੂੰ ਦਲਾਲ ਕਹਿਤਾ, ਤੁਸੀਂ ਪਹਿਲਾਂ ਕਿਸਾਨਾਂ ਨੂੰ ਏਜੰਟ ਕਹਿਤਾ, ਆੜਤੀਆਂ ਦੇ ਬਿਠਾਏ ਹੋਏ ਕਦੇ ਕਹਿੰਦੇ ਹੋ, ਪਰ ਤੁਸੀਂ ਮੰਨਦੇ ਨਹੀਂ ਗੱਲ। ਇਹ ਕਿਸਾਨ ਬੈਠੇ ਆ, ਸਾਨੂੰ ਤਾਂ ਕਿਸੇ ਪਾਰਟੀ ਵਾਲੇ ਨੂੰ ਇਜਾਜ਼ਤ ਹੀ ਨਹੀਂ ਜਾਣ ਦੀ। ਤੇ ਜਦੋਂ ਬਹੁਤ ਜ਼ਿਆਦਾ, ਕਿਉਂਕਿ ਅਸੀਂ ਤਾਂ ਹੱਥ ਜੋੜ ਕੇ ਗਏ ਸੀ, ਮੰਗਣ ਗਏ ਸੀ ਆਪਣੇ ਪੰਜਾਬ ਲਈ ਟ੍ਰੇਨਾਂ, ਇੰਡਸਟਰੀ ਸਾਡੀ ਖਤਮ ਹੋ ਗਈ। ਅੱਜ 20,000 ਕਰੋੜ ਰੁਪਏ ਤੋਂ ਉੱਤੇ ਦਾ ਘਾਟਾ। ਇਹ ਲੁਧਿਆਣਾ ਜਲੰਧਰ ਮਿਲਾ ਕੇ ਦੋਨਾਂ ਨੂੰ ਆ ਜਿਹੜਾ ਡਰਾਈ ਪੋਰਟ ਆ, ਦੇਖੋ ਇੱਥੇ ਕੀ ਹਾਲ ਹੋਇਆ ਸਾਡੀ ਇੰਡਸਟਰੀ। ਅਸੀਂ ਤਾਂ ਹੱਥ ਜੋੜਨ ਗਏ ਸੀ ਵੀ ਭਾਈ ਕਿਸਾਨ ਕਹਿੰਦੇ ਕੁਛ ਨਹੀਂ, ਉਹ ਕਹਿ ਰਹੇ ਯੂਰੀਆ ਦੀ ਖਾਦ ਦੀ ਲੋੜ ਆ, ਕੋਲੇ ਦੀ ਲੋੜ ਆ, ਇੰਡਸਟਰੀ ਸਾਡੀ ਤਬਾਹ ਕਰਤੀ। ਅਸੀਂ ਤਾਂ ਹੱਥ ਜੋੜਨ ਗਏ ਸੀ, ਪਰ ਜਦੋਂ ਉਹਦੇ ਤੇਵਰ ਦੇਖੇ, ਉਹ ਕਹਿੰਦਾ ਤੁਸੀਂ ਤਾਂ ਲੋਟ ਹੀ ਹੋਣਾ ਆਏ ਹੋ। ਹੁਣ ਤੁਹਾਡੀ ਇੰਡਸਟਰੀ ਜਦ ਤੁਹਾਡੇ ਮਗਰ ਪਈ ਆ, ਹੁਣ ਤੁਹਾਡੇ ਕਿਸਾਨ ਮਗਰ ਪਏ ਆ, ਹੁਣ ਤੁਹਾਡੀਆਂ ਚੀਕਾਂ ਨਿਕਲ ਗਈਆਂ, ਇਹ ਨਹੀਂ ਟ੍ਰੇਨ ਚੱਲਣੀ। ਮੈਂ ਇਹ ਕੋਈ ਵਡਿਆਈ ਨਹੀਂ ਕਰਦਾ, ਮੈਂ ਉਦੋਂ ਹੀ ਬਾਹਰ ਆ ਕੇ ਕਿਹਾ ਸੀ, ਮੈਂ ਕਿਹਾ ਗੱਲ ਸੁਣ ਲੈ ਭਾਈ, ਇਹ ਟ੍ਰੇਨਾਂ ਤੇਰੀਆਂ ਨਹੀਂ ਗੀਆਂ, ਇਹ ਟ੍ਰੇਨਾਂ ਦੇਸ਼ ਦੀਆਂ ਏ। ਤੇ ਤੂੰ ਹੁਣ ਜੇ ਚਾਹੁੰਦਾ ਵੀ ਇਹ ਟ੍ਰੇਨਾਂ ਨੂੰ ਆਪਣੇ ਘਰੇ ਲਾ ਲਈ, ਆਪਣੇ ਕੋਲਡ ਸਟੋਰ ਚਲਾ ਲਈ। ਪਰ ਮੈਂ ਤੁਹਾਨੂੰ ਉਦਣੀ ਇਹ ਗੱਲ ਕਹੀ ਸੀ, ਅਗਲੇ ਦਿਨ ਹੀ ਅਮਿਤ ਸ਼ਾਹ ਦੀ ਦਾ ਸੱਦਾ ਆਇਆ, ਉਹਨਾਂ ਨੇ ਤਕਰੀਬਨ 12:30 ਸਾਨੂੰ ਟਾਈਮ ਦਿੱਤਾ। ਚਾਹੇ ਉਹ ਅਲੱਗ ਪਾਰਟੀ ਦੇ ਆ, ਦੇਸ਼ ਦੇ, ਪਰ ਹੋਮ ਮਿਨਿਸਟਰ ਨੇ, ਪਰ ਉਹਨਾਂ ਨੇ ਵਾਕਈ ਜੇ ਗੱਲ ਕੀਤੀ ਤਾਂ ਲੀਡਰਾਂ ਵਾਲੀ ਗੱਲ ਕੀਤੀ। ਜਦੋਂ ਗੱਲ ਸ਼ੁਰੂ ਹੋਈ, ਬਾਕੀ MPਆਂ ਨੇ ਵੀ ਗੱਲ ਆਪਣੀ ਆਪਣੀ ਕੀਤੀ। ਮੈਨੂੰ ਉਹਨਾਂ ਨੇ ਕਿਹਾ ਵੀ ਬਿੱਟੂ ਤੂੰ ਕੀ ਗੱਲ ਮੀਡੀਆ ਮੂਹਰੇ ਬੋਲਦਾ, ਕਿਉਂਕਿ ਪੀਯੂਸ਼ ਗੋਇਲ ਨਾਲ ਬੈਠਾ ਸੀ, ਉਹਨੇ ਅਮਿਤ ਸ਼ਾਹ ਜੀ ਨੂੰ ਗੱਲ ਆਪਣੀ ਕੀਤੀ ਹੋਣੀ ਆ ਵੀ ਇਹ ਕੱਲ ਇਸ ਗੱਲ ਲਈ। ਮੈਂ ਕਿਹਾ ਜੀ ਮੈਂ ਮੀਡੀਆ ਮੂਹਰੇ, ਕਹਿੰਦੇ ਤੂੰ ਉਰੇ ਕੋਈ ਆਪਣੀ ਗੱਲ ਰੱਖ ਕਿ ਮੀਡੀਆ ਮੂਹਰੇ ਹੀ ਬੋਲਦਾ। ਮੈਂ ਕਿਹਾ ਜੀ ਮੀਡੀਆ ਮੂਹਰੇ ਤਾਂ ਬੋਲੇ ਜਦੋਂ ਇੱਕ ਮੰਤਰੀ ਨੇ, ਉਹ ਵੀ ਇੱਕ ਕੈਬਨਿਟ ਮੰਤਰੀ ਰੇਲਵੇ ਦੇ ਨੇ, ਸੱਦ ਕੇ ਸਾਨੂੰ ਇੱਕ 35 ਲੱਖ ਬੰਦੇ ਨੂੰ ਨੁਮਾਇੰਦਾ ਇੱਕ ਮੈਂਬਰ ਪਾਰਲੀਮੈਂਟ ਆ, ਤੇ ਅਸੀਂ 8 ਮੈਂਬਰ ਪਾਰਲੀਮੈਂਟ ਆਏ ਸੀ, ਕਰੋੜਾਂ ਲੋਕਾਂ ਦੀ ਆਵਾਜ਼ ਲੈ ਕੇ ਆਏ ਸੀ। ਪਰ ਤੁਸੀਂ ਉਸ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਤੁਸੀਂ ਉਸ ਆਵਾਜ਼ ਨੂੰ ਦਲਾਲ ਦੱਸਿਆ ਤੇ ਇਹ ਕਿਹਾ ਵੀ ਇਹ ਸਾਰੇ ਕਾਂਗਰਸ ਦੇ ਬਿਠਾਏ ਹੋਏ ਆ। ਤੇ ਅਸੀਂ ਜਦੋਂ ਇਹ ਗੱਲ ਕੀਤੀ ਵੀ ਕਾਂਗਰਸ ਦੇ ਨਹੀਂ ਬਿਠਾਏ ਹੋਏ, ਉਹ ਕਹਿੰਦਾ ਤੁਸੀਂ ਮੈਨੂੰ ਸਮਝਾਓਗੇ। ਤੇ ਫਿਰ ਅਸੀਂ ਉੱਥੇ, ਮੈਂ ਕਿਹਾ ਬਹਿਣ ਦਾ ਕੋਈ ਮਕਸਦ ਸੀ ਅਮਿਤ ਸ਼ਾਹ ਜੀ, ਪਰ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਵੀ ਮੈਂ ਇੱਕ ਗੱਲ ਦੇਖੋ, ਆ ਬੈਠਾ ਹੈ ਬਿੱਟੂ, ਮੈਂ ਜਦੋਂ ਅਕਾਲੀ ਦਲ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਜ਼ੋਰ ਪਾ ਰਹੇ ਸੀ ਵੀ ਰਾਜੋਆਣੇ ਨੂੰ ਛੱਡੋ, ਉਹਦੀ ਫਾਂਸੀ ਮਾਫ ਕਰੋ, ਤੇ ਮੈਂ ਅਮਿਤ ਸ਼ਾਹ ਜੀ ਨੂੰ ਮਿਲਿਆ ਸੀ, ਜਾ ਕੇ ਗੱਲ ਕੀਤੀ ਸੀ ਵੀ ਤੁਸੀਂ ਔਨ ਫਲੋਰ ਆਫ ਹਾਊਸ ਇਹ ਗੱਲ ਕਹੋ ਵੀ ਤੁਸੀਂ ਇਹਨੂੰ ਮਾਫ ਕਰ ਰਹੇ ਹੋ ਜਾਂ ਨਹੀਂ।
ਉਹਨਾਂ ਨੇ ਮੇਰੀ ਗੱਲ ਮੰਨੀ ਤੇ ਹਾਊਸ 'ਚ ਆਏ ਤੇ ਮੇਰਾ ਜਵਾਬ ਦਿੱਤਾ ਵੀ ਬਿਲਕੁਲ ਮਾਫੀ ਨਹੀਂ ਹੋ। ਇਹ ਫੇਰ ਲੜੇ ਜਾ ਕੇ ਵੀ ਇੱਕ ਕਾਂਗਰਸ ਦਾ ਮੁੱਖ ਮੰਤਰੀ, ਇਹ ਕਾਂਗਰਸ ਦਾ ਮੁੱਖ ਮੰਤਰੀ ਨੂੰ ਤੁਸੀਂ ਉਹਦੇ ਕਾਤਲਾਂ ਨੂੰ ਜਿਹੜੀ ਫਾਂਸੀ ਜਿਹੜੀ ਮਾਫੀ ਨਹੀਂ ਦੇ ਰਹੇ। ਤੇ ਉਹਨਾਂ ਨੇ ਕਿਹਾ ਵੀ ਭਾਈ ਇੱਕ ਕੋਈ ਵੀ ਨਾਗਰਿਕ ਹੋਵੇ ਐਜ਼ ਏ ਹੋਮ ਮਿਨਿਸਟਰ, ਜੇ ਉਹਨੂੰ ਕੋਈ ਮਾਰਦਾ, ਉਹਦੇ ਚੀਥੜੇ ਉਡਾਉਂਦਾ ਤੇ ਉੱਤੋਂ ਉਹ ਇਹ ਕਹਿੰਦਾ ਵੀ ਮੈਂ ਦੁਬਾਰਾ ਵੀ ਇਹ ਕੰਮ ਕਰੂੰ ਜਦੋਂ ਮੌਕਾ ਮਿਲੇ, ਮੈਂ ਕੋਈ ਮਾਫੀ ਨਹੀਂ ਮੰਗਦਾ, ਤਾਂ ਆਮ ਬੰਦੇ ਦਾ ਵੀ ਜਿਹੜਾ ਕੋਈ ਕਾਤਲ ਹੋਊਗਾ ਮੈਂ ਉਹਨੂੰ ਛੱਡੂਗਾ ਨਹੀਂ। ਇਹ ਤਾਂ ਮੁੱਖ ਮੰਤਰੀ ਹੈ ਇੱਕ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਦੱਸੋ ਕੀ ਗੱਲ। ਮੈਂ ਕਿਹਾ ਜੀ ਇਹ ਗੱਲ ਪਾਰਟੀਆਂ ਤੋਂ ਛੱਡ ਕੇ ਬਿਟਵੀਨ ਦੋਨੋਂ ਸਰਕਾਰਾਂ ਦੀ, ਸਾਡੇ ਮੰਤਰੀ ਲਓ, ਉਹ ਸਰਕਾਰ ਨੇ, ਕਿਸੇ ਕਾਂਗਰਸ ਦੇ ਨਹੀਂ, ਅਕਾਲੀ ਦਲ, ਬੀਜੇਪੀ ਨਹੀਂ, ਸਾਡੇ ਮੰਤਰੀ ਤੇ ਤੁਹਾਡੇ ਮੰਤਰੀ ਬੈਠਣ ਪਹਿਲੇ ਲੈਵਲ ਤੇ, ਉਹ ਗੱਲ ਕਰਨ। ਅਗਲੀ ਗੱਲ ਤੁਸੀਂ ਬੈਠੋ ਤੇ ਮੁੱਖ ਮੰਤਰੀ ਸਾਹਿਬ ਬੈਠੋ, ਕਿਹਦੇ ਨਾਲ? 31 ਕਿਸਾਨ ਯੂਨੀਅਨ ਨਾਲ। ਕੋਈ ਪਾਰਟੀ ਦੀ ਗੱਲ ਨਾ ਕਰੋ, ਕੋਈ ਕੁਛ ਨਾ ਕਰੋ। ਤੁਹਾਡੇ ਮੈਂ ਕਿਹਾ ਜਿਆਨੀ ਸਾਹਿਬ ਆਪ ਚੇਅਰਮੈਨ ਲਾਏ, ਅੱਜ ਉਹ ਹਰ ਮੀਡੀਆ ਤੇ ਬੋਲ ਰਿਹਾ ਵੀ ਮੈਨੂੰ ਬੁਲਾਇਆ ਨਹੀਂ ਕਿਸੇ ਨੇ। ਅਗਲੇ ਦਿਨ ਹੀ ਗੱਲ ਜਿਆਨੀ ਸਾਹਿਬ ਨੂੰ ਸੱਦ ਲਿਆ ਉਹਨਾਂ ਨੇ, ਅਮਿਤ ਸ਼ਾਹ ਜੀ ਨੇ ਭਰੋਸਾ ਦਿਵਾਇਆ ਵੀ ਭਾਈ ਤੁਹਾਡੇ ਸੀਐਮ ਸਾਹਿਬ ਨੂੰ ਕਹੋ ਜਿਹੜੇ ਵੀ ਮੰਤਰੀ ਆਪ ਜਿਹੜੇ ਗੱਲਬਾਤ, ਅਸੀਂ ਕਿਹਾ ਜੀ ਸਾਡੇ ਤਾਂ ਕਿਸਾਨ ਗੱਲ ਕਰ ਰਹੇ ਆ, ਉਹ ਕਿਸਾਨਾਂ ਨਾਲ ਮੰਤਰੀ, ਉਹ ਕਹਿੰਦੇ ਉਹ ਮੰਤਰੀ। ਤੇ ਪਹਿਲੇ ਰਾਊਂਡ 'ਚ ਪਿਊਸ਼ ਗੋਇਲ, ਜਿਹੜੀ ਸਾਡੇ ਨਾਲ ਉੱਥੇ ਗੱਲ ਹੋਈ, ਤੇ ਕ੍ਰਿਸ਼ੀ ਮੰਤਰੀ ਤੁਹਾਡੇ ਮੰਤਰੀਆਂ ਦੇ ਨਾਲ ਰਿਕੁਐਸਟ ਕਰਕੇ ਜਿੱਥੇ ਚਾਹਣਗੇ, ਜੇ ਚੰਡੀਗੜ੍ਹ ਚਾਹਣਗੇ ਚੰਡੀਗੜ੍ਹ ਬਹਿ ਜਾਾਂਗੇ, ਦਿੱਲੀ ਆਉਣਾ ਚਾਹਣਗੇ ਕਿਸਾਨ ਜਥੇਬੰਦੀਆਂ, ਦਿੱਲੀ ਉਹਨਾਂ ਦੇ ਮੂਹਰੇ ਉਹਨਾਂ ਨੂੰ ਨਤਮਸਤਕ ਕਰਦੇ ਹਾਂ। ਅਸੀਂ ਪੰਜਾਬ ਦੀ ਹਰ ਜਿਹੜੀ ਉਹਨਾਂ ਨੇ ਸਾਡੇ ਦੇਸ਼ ਲਈ ਜੋ ਦੇਣ ਦਿੱਤੀ ਆ ਤੇ ਉਹਦੇ ਲਈ ਅਸੀਂ ਨਤਮਸਤਕ ਹਾਂ। ਠੀਕ ਆ, ਕਮੀਆਂ ਰਹੀਆਂ, ਕਈ ਗੱਲਾਂ ਸਾਡੇ ਕੋਲ, ਜਿਵੇਂ ਮੈਂ ਤਾਂ ਕੀ ਕਹਾਂ, ਜਿਆਨੀ ਸਾਹਿਬ ਨੇ ਕਹਿਤਾ ਵੀ ਜਿਹੜੇ ਬੀਜੇਪੀ ਦੇ ਚਮਚੇ ਲੀਡਰ ਨੇ ਉਹ ਜਾ ਕੇ ਉਹਨਾਂ ਨੂੰ ਪੁੱਠੀਆਂ ਪੜ੍ਹਾਈ ਪੜ੍ਹਾਉਂਦੇ ਰਹੇ। ਜਦੋਂ ਉਹ ਚਮਚੇ ਬਾਹਰ ਕੱਢਤੇ, ਚੁੱਗ ਸਾਹਿਬ ਤੇ ਪੁਰੀ ਸਾਹਿਬ ਤੇ ਅਸ਼ਵਨੀ ਜਿਹੜੇ ਚਮਚੇ ਸੀ ਉਹ ਪਰੇ ਕੱਢਤੇ, ਜਿਹੜੇ ਜੈਨੂਅਨ ਗ੍ਰਾਸ ਰੂਟ ਜੁੜੇ ਹੋਏ ਸੀ ਲੋਕ, ਜਿਹੜੇ ਲੋਕਾਂ ਦੇ ਨੁਮਾਇੰਦੇ ਸੀ, ਉਹਨਾਂ ਦੀ ਜਦੋਂ ਗੱਲ ਸੁਣੀ ਉਹ ਗੱਲ ਤੁਰ ਪਈ। ਪਰ ਹਜੇ ਵੀ ਉਹ ਇਸ ਗੱਲ ਤੇ, ਜਿਹੜਾ ਪਿਊਸ਼ ਗੋਇਲ ਆ, ਉਹ ਇਸ ਗੱਲ ਤੇ ਵਾਜਿਦ ਸੀ ਵੀ ਨਹੀਂ ਜੀ, ਵੀ ਜੇ ਇਹ ਕਹਿੰਦੇ ਆ ਕਿਸਾਨ ਟ੍ਰੇਨਾਂ ਚਲਾਓ, ਪਹਿਲਾਂ ਆਪਣੀਆਂ ਮਾਲ ਗੱਡੀਆਂ ਚਲਾਓ, ਦੇ ਨਾਲ ਦੀ ਨਾਲ ਪੈਸੇਂਜਰ ਟ੍ਰੇਨ ਚਲਾਓ। ਤੇ ਉੱਥੇ ਇਹ ਗੱਲ ਹੋਈ, ਪਿਊਸ਼ ਗੋਇਲ ਨੂੰ ਕਿਹਾ ਉਹਨਾਂ ਨੇ, ਅਮਿਤ ਸ਼ਾਹ ਜੀ ਨੇ, ਵੀ ਜੇ ਕਿਸਾਨ ਚਾਹੁੰਦੇ ਆ ਵੀ ਪਹਿਲਾਂ ਉਹ ਚਲਾਓ ਤੇ ਪਹਿਲਾਂ ਉਹ ਚਲਾਓ, ਪੈਸੇਂਜਰ ਬਾਅਦ ਚਲਾ ਦਿਓ। ਇਹ 'ਚ ਕੀ ਗੱਲ ਆ? ਪੈਸੇਂਜਰ ਵੀ, ਕਿਉਂਕਿ ਤਿਉਹਾਰ ਨੇ ਯਾਰ, ਲੋਕਾਂ ਨੇ ਸਾਰਿਆਂ ਨੇ, ਕਿਸੇ ਨੇ ਬਿਹਾਰ ਜਾਣਾ, ਯੂਪੀ ਜਾਣਾ, ਮਹਾਰਾਸ਼ਟਰ ਜਾਣਾ, ਉਹਨਾਂ ਨੂੰ ਵੀ ਅਸੀਂ ਦੇਖਣਾ, ਦੀਵਾਲੀ ਦੇ ਦਿਨ ਨੇ, ਹੋਰ ਤਿਉਹਾਰਾਂ ਦੇ ਦਿਨ, ਉਹਨਾਂ ਨੂੰ ਅਸੀਂ ਕਿਵੇਂ ਉਰੇ ਰੋਕ ਕੇ ਰੱਖ ਸਕਦੇ ਹਾਂ। ਪਰ ਚਲੋ ਇਹ ਸਾਰੀਆਂ ਗੱਲਾਂ ਹੋਈਆਂ। ਹੁਣ 13 ਤਰੀਕ ਦੀ ਤੁਹਾਡੇ ਮੂਹਰੇ ਗੱਲ ਆਈ ਹੈ, ਪਰ ਇਹ ਅਮਿਤ ਸ਼ਾਹ ਹੋਣਾ ਦੀ ਇਹ ਪਹਿਲ ਕਦਮੀ ਆ। ਉਹਨਾਂ ਨੇ ਵੱਡਾ ਦਿਲ ਦਿਖਾਇਆ ਵੀ ਅਸੀਂ ਇਹ ਗੱਲ ਕਰਨ ਨੂੰ ਤਿਆਰ ਹਾਂ। ਇਹ ਵੀ ਗੱਲ ਕਹੀ ਉੱਥੇ ਔਜਲਾ ਸਾਹਿਬ ਨੇ, ਇਹ ਕਿਹਾ ਵੀ ਤੁਹਾਡੇ ਮੰਤਰੀ, ਤੁਹਾਡੇ ਪ੍ਰਧਾਨ ਵੱਲੋਂ ਐਸੇ ਬਿਆਨ ਆਉਂਦੇ ਰਹੇ ਨੇ, ਜਦੋਂ ਨੱਡਾ ਸਾਹਿਬ ਵੱਲੋਂ, ਤੁਸੀਂ ਹੋਰ ਨੂਣ ਛਿੜਕਦੇ ਰਹੇ ਹੋ। ਤੇ ਮੈਂ ਦੂਜੀ ਗੱਲ ਇਹ ਕਹੀ ਵੀ ਅਸੀਂ ਸਰਕਾਰ ਆ ਉੱਥੇ, ਅਸੀਂ ਕਦੇ ਚਾਹਾਂਗੇ ਵੀ ਪੰਜਾਬ ਦੇ ਵਿੱਚ ਅੱਗ ਲੱਗੇ, ਪੰਜਾਬੀਆਂ ਨੂੰ ਕੋਈ ਨੁਕਸਾਨ ਹੋਵੇ? ਤੇ ਤੁਸੀਂ ਇਹ ਕਿਵੇਂ ਸੋਚ ਲਿਆ? ਤੇ ਉਹਨਾਂ ਦੀ ਵੀ ਹੋਮ ਮਿਨਿਸਟਰ ਆ, ਉਹਦੇ ਕੋਲ ਆਈਬੀ ਦੀਆਂ ਏਜੰਸੀਜ਼ ਦੀਆਂ ਰਿਪੋਰਟਾਂ ਜਦੋਂ ਗਈਆਂ ਵੀ ਵਾਕਈ ਜੈਨੂਅਨ ਕਿਸਾਨ ਬੈਠਾ ਹੈ ਉੱਥੇ, ਕਿਸੇ ਪਾਰਟੀ ਦੀ ਕੋਈ ਲੈਣਾ ਦੇਣ ਨਹੀਂ। ਤੇ ਜਦੋਂ ਇਹ ਗੱਲ ਉੱਥੇ ਹੋਈ, ਮੈਂ ਸਾਫ਼ ਤੌਰ ਤੇ ਕਹਿੰਦਾ ਵੀ ਜਦੋਂ ਉਹਨਾਂ ਨੂੰ ਇਹ ਗੱਲ 1 ਮਿੰਟ 'ਚ ਉਹਨਾਂ ਨੇ ਕਿਹਾ ਵੀ ਬਿਲਕੁਲ ਰਵਨੀਤ, ਇਸ ਗੱਲ ਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਮੰਤਰੀ, ਸਾਡੇ ਮੰਤਰੀ, ਦੋਨੋਂ ਹੀ ਕਿਸਾਨ ਯੂਨੀਅਨ ਨਾਲ ਉਹਨਾਂ ਦੀ ਰਿਕੁਐਸਟ ਕਰਕੇ ਜਿੱਥੇ ਚਾਹਣਗੇ ਬੈਠਣਗੇ, ਉਦੋਂ ਹੀ ਡੈਡਲੌਕ ਖਤਮ ਹੋ ਗਿਆ, ਗੱਲ ਖਤਮ ਹੋ ਗਈ। ਤੇ ਹੁਣ ਕਿਸਾਨ ਯੂਨੀਅਨ ਆ ਜਿਹੜੇ, ਉਹ ਗੱਲ ਆ ਲਖਵਾਲ ਸਾਹਿਬ ਦਾ, ਦੂਜੇ ਰਾਜੋਆਣਾ ਸਾਹਿਬ ਨਾਲ ਵੀ ਗੱਲ ਆ ਜਿਹੜੀ ਉਹਨਾਂ ਦੀ ਹੋ ਗਈ। ਤੇ ਬਾਕੀ ਜਥੇਬੰਦੀਆਂ ਨੇ ਕਿਹਾ ਅਸੀਂ ਕਿਸੇ ਦੀ, ਜਦੋਂ ਉੱਤੋਂ ਇਸ਼ਾਰਾ ਹੋ ਗਿਆ, ਹੁਣ ਕ੍ਰਿਸ਼ੀ ਮੰਤਰੀ ਵੀ ਪਿਊਸ਼ ਗੋਇਲ, ਹੁਣ ਸਾਰੇ ਹੀ ਕਰਨਗੇ ਜਦੋਂ ਅਮਿਤ ਸ਼ਾਹ ਉਹਨਾਂ ਦਾ ਇਸ਼ਾਰਾ ਹੋ ਗਿਆ। ਤੇ ਇਸ ਕਰਕੇ ਬਹੁਤ ਵਧੀਆ ਮੌਕਾ ਹੈ। ਤੇ ਇਹ ਵੀ ਉਹਨਾਂ ਨੇ ਕਿਹਾ, ਮੈਨੂੰ ਕੱਲ ਦਾ ਨਹੀਂ ਪਤਾ ਵੀ ਇਹ ਹੁਣ ਕੀ ਕਰਦੇ ਆ ਸਾਡੇ, ਕਿਉਂਕਿ ਇਹ ਬੀਜੇਪੀ ਵਾਲੇ ਹਟਣਗੇ ਨਹੀਂ ਨਾ, ਉਰੇ ਵਾਲੇ ਇਹ ਕਹਿਣਗੇ ਨਹੀਂ ਜੀ ਸਾਨੂੰ ਬਿਠਾਓ ਵਿੱਚ। ਇਹ ਹੁਣ ਜੇ ਕੋਈ ਉੱਥੇ ਮਾੜੀ ਮੋਟੀ ਫੇਰ ਇਹੋ ਜਿਹੀ ਹਲਕੀ ਗੱਲ ਆ ਜਿਵੇਂ ਕਰਦੇ ਆ, ਕਰਨਗੇ ਜੇ ਸਿਆਸਤ ਪੰਜਾਬ 'ਚ, ਜੇ ਤਾਂ ਇਹ ਸਿਰਫ 22 ਦੀ ਇਲੈਕਸ਼ਨ ਦੇਖ ਕੇ ਬੀਜੇਪੀ ਵਾਲੇ ਗੱਲ ਕਰਨਗੇ, ਹਲਕੀ ਗੱਲ, ਫਿਰ ਦੁਬਾਰਾ ਨੁਕਸਾਨ ਹੋ ਸਕਦਾ। ਜੇ ਕੋਈ ਚੰਗੇ ਲੀਡਰ, ਜਿਵੇਂ ਮੈਂ ਕਿਹਾ ਵੀ ਪੁਰਾਣੇ ਲੀਡਰ, ਪ੍ਰਧਾਨ ਨੂੰ ਬਿਠਾ ਲੈਣ, ਇਹਨਾਂ ਨੂੰ ਬਿਠਾ ਲੈਣ ਜਿਹੜਿਆਂ ਨੂੰ ਚਮਚੇ ਕਿਹਾ ਏ, ਪਰ ਉਹਦੇ ਵਿੱਚ ਸੋਲਿਡ ਜਿਹੜੇ ਬੀਜੇਪੀ ਦੇ ਪੁਰਾਣੇ ਨੇ, ਸੰਪਲਾ ਸਾਹਿਬ ਨੂੰ, ਸੋਮ ਪ੍ਰਕਾਸ਼ ਜੀ ਬੈਠਣਗੇ, ਅਵਿਨਾਸ਼ ਰਾਏ ਖੰਨਾ ਜੀ ਵਰਗਿਆਂ ਨੂੰ ਬਿਠਾਉਣ, ਹੋਰ ਪੁਰਾਣੇ ਬੜੇ ਲੀਡਰ ਨੇ, ਜਿਆਨੀ ਸਾਹਿਬ ਵਰਗੇ ਬਿਠਾਉਣ, ਗੱਲ ਮੁੱਕ ਜੂਗੀ। ਨਾਲੇ ਅਸੀਂ ਤਾਂ ਇਸ ਗੱਲ ਦੇ ਹੈ ਹੀ ਨਹੀਂਗੇ, ਕੋਈ ਕ੍ਰੈਡਿਟ ਥੋੜੀ ਲੈਣਾ ਬਈ ਉਰੇ ਦਾ ਮਰਨ ਜਿਉਣ ਦਾ ਇੱਥੇ ਕਾਂਗਰਸ ਅਕਾਲੀ ਦਲ ਦੀ ਤਾਂ ਕੋਈ ਗੱਲ ਹੀ ਨਹੀਂ ਗੀ, ਕਿਉਂਕਿ ਬਿਹਾਰ
ਬਿਹਾਰ ਇਲੈਕਸ਼ਨ ਨੂੰ ਲੈ ਕੇ ਬੀਜੇਪੀ ਦੇ ਪੰਜਾਬ ਲੀਡਰਾਂ ਦਾ ਕਹਿਣਾ ਹੈ ਕਿ 2022 ਦੇ ਵਿੱਚ ਵੀ ਅਸੀਂ ਆਪਣੀ ਸਰਕਾਰ ਪੰਜਾਬ 'ਚ ਬਣਾਵਾਂਗੇ, ਕਿਉਂਕਿ ਸਾਰੀ ਸਰਕਾਰਾਂ ਨੂੰ ਪੰਜਾਬ ਦੇ ਲੋਕ ਦੇਖ ਚੁੱਕੇ ਨੇ, ਵਰਤ ਚੁੱਕੇ ਨੇ। ਪਰ ਕੌਣ ਕਹਿੰਦਾ? BJP ਵਾਲੇ? ਜੀਵਨ ਦੁੱਖਾ। ਓ ਯਾਰ ਕੀ ਗੱਲ ਕਰ ਰਹੇ ਆ ਤੂੰ? ਆ ਬੀਜੇਪੀ ਵਾਲੇ ਹੀ ਸੀਗੇ 10 ਸਾਲ, ਕੌਣ ਸੀ? ਅਕਾਲੀ ਦਲ ਤੇ ਬੀਜੇਪੀ ਸੀ। ਇਹ ਕਿਹੜੀ ਨਵੀਂ? ਜਿੰਨੇ ਮਹਿਕਮੇ ਸੀ ਸਾਰੇ, ਆ ਜਿੰਨੇ ਵੱਡੇ ਮਹਿਕਮੇ ਆ, ਤੁਹਾਡਾ ਸ਼ਹਿਰ ਦੀ ਲੁਧਿਆਣੇ ਦੀ ਗੱਲ ਕਰ ਲਓ, ਕਿਹਦੇ ਕੋਲ ਸੀ 10 ਸਾਲ ਲੋਕਲ ਬਾਡੀਜ਼ ਬਈ? ਕਿਸ ਨੇ ਰੋਕਿਆ ਸੀ ਕੁਝ ਕਰਨ ਨੂੰ? ਇਹਨਾਂ ਨੂੰ ਤਾਂ ਸਭ ਨੂੰ ਦੇਖਿਆ ਹੋਇਆ ਕਿਸੇ ਨੇ। ਬੀਜੇਪੀ ਵਾਲੇ ਤਾਂ ਬਹੁਤ ਗਲਤ ਫਹਿਮੀ 'ਚ ਨੇ। ਬੀਜੇਪੀ ਵਾਲਿਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭਣੇ, ਬੂਥ ਲਾਉਣ ਵਾਲੇ ਨਹੀਂ ਲੱਭਣੇ। ਇਹ ਤਾਂ ਦੋਨੋਂ ਆਪਸ ਵਿੱਚ ਅਕਾਲੀ ਦਲ ਤੇ ਬੀਜੇਪੀ ਆ ਨਾ, ਜਿਹੜਾ ਇਹ ਖੇਡ ਰਹੇ ਆ ਇੱਕ ਦੂਜੇ ਨੂੰ, ਉਹਨੂੰ ਜੁਆਇਨ ਕਰਾ ਲਿਆ, ਉਹਨੂੰ ਕਰਾ ਲਿਆ। ਇਹਨਾਂ ਦੀ ਲੜਾਈ ਤਾਂ ਸਿਰਫ ਇੱਥੇ ਤੱਕ ਸੀਮਤ ਰਹਿ ਜਾਣੀ ਆ, ਲੀਡਰਾਂ ਤੱਕ ਜੁਆਇਨ। ਥੱਲੇ ਤਾਂ ਦੇਖੋ, ਜਿਹਨੂੰ ਤੁਸੀਂ ਇੱਕ ਦੂਜੇ ਨਾਲ ਜੁਆਇਨ ਕਰਾ ਲਿਆ, ਉਹਦੇ ਥੱਲੇ ਕੀ ਬੇਸ ਆ? ਕੋਈ ਹੈ ਉਹਦੇ? ਤੇ ਇਹ ਗੱਲ ਲੋਕਾਂ ਭਲੀ ਭਾਂਤੀ ਜਾਣਦੇ ਆ। ਇੰਡਸਟਰੀ ਮਹਿਕਮਾ ਜਿਹੜਾ ਸ਼ਹਿਰਾਂ ਨਾਲ ਜੁੜੇ, ਇੰਡਸਟਰੀ, ਲੋਕਲ ਬਾਡੀਜ਼, ਜਿਆਨੀ ਸਾਹਿਬ, ਹੈਲਥ ਦਾ ਮਹਿਕਮਾ, ਸਾਰੇ ਮਹਿਕਮੇ ਇਹਨਾਂ ਕੋਲ ਸੀ। ਕਿਹੜਾ ਮਹਿਕਮਾ ਨਹੀਂ ਸੀਗਾ ਇਹਨਾਂ ਕੋਲ? ਰੂਰਲ ਜਿਹੜੇ ਮਹਿਕਮੇ ਸੀ ਉਹ ਅਕਾਲੀ ਦਲ ਕੋਲ ਸੀ। ਸ਼ਹਿਰ ਦੇ ਮਹਿਕਮੇ ਜਿਹੜੇ ਮਲਾਈਦਾਰ ਮਹਿਕਮੇ ਸੀ ਉਹ ਸਾਰੇ ਬੀਜੇਪੀ ਲੁੱਟਦੀ ਰਹੀ ਆ। ਇਹਨਾਂ ਦੇ ਦੌਰਾਨ ਹੀ ਇੰਡਸਟਰੀ ਜਿਹੜੀ ਇਹ ਵਾਜਪਾਈ ਜੀ ਸੀ, ਜਦੋਂ 10 ਸਾਲ ਤੋਂ ਬਾਅਦ ਸਾਰੇ ਜੰਮੂ ਕਸ਼ਮੀਰ ਨੂੰ, ਉੱਤਰਾਖੰਡ ਨੂੰ, ਹਿਮਾਚਲ ਪ੍ਰਦੇਸ਼ ਨੂੰ, ਇੰਡਸਟਰੀ ਨੂੰ ਕਿਹਨੇ ਬੈਨੀਫਿਟ ਦਿੱਤੇ? ਜੇ ਬਿਹਾਰ 'ਚ ਨਾ ਜਿੱਤ ਹੁੰਦੀ ਹੈ ਤਾਂ ਈਵੀਐਮ ਮਸ਼ੀਨਾਂ ਦਾ, ਕਿਉਂਕਿ ਹਰ ਵਾਰ ਕਾਂਗਰਸ ਈਵੀਐਮ ਮਸ਼ੀਨ। ਦੇਖੋ, ਮੈਂ ਇਹ ਗੱਲ ਹਜੇ ਨਹੀਂ ਕਹੂੰਗਾ। ਇਹ ਸਾਡੀ ਪਾਰਟੀ ਆ ਜਿਹੜੀ ਸੈਂਟਰ ਲੀਡਰਸ਼ਿਪ ਆ ਸਾਡੀ, ਉਹ ਇਸ 'ਤੇ ਫੈਸਲਾ ਕਰੂਗੀ। ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ, ਤੁਹਾਡਾ ਚੈਨਲ ਵੀ ਵਿੱਚ ਸੀ, ਤੇ ਜਿਨ੍ਹਾਂ ਨੇ ਹਰ ਇੱਕ ਜਿਹੜਾ ਵੀ ਸਰਵੇ ਆਇਆ, ਚਾਹੇ ਉਹ ਅੰਬਾਨੀ ਦੇ ਚੈਨਲ ਹੋਣ, ਚਾਹੇ ਉਹ ਰਿਲਾਇੰਸ ਦੇ ਚੈਨਲ ਹੋਣ, ਉਹਨਾਂ ਨੇ ਵੀ ਜਿੱਤ ਜਿਹੜੀ ਦਿੱਤੀ ਮਹਾਗਠਬੰਧਨ ਨੂੰ ਦਿੱਤੀ ਸੀ, ਤੇਜਸਵੀ ਨੂੰ ਦਿੱਤੀ ਸੀ। ਤੇ ਰੈਲੀਆਂ 'ਚ ਵੀ ਪਤਾ ਲੱਗਦਾ ਸੀ ਵੀ ਲੋਕ ਇਸ ਵੱਡੀ ਗਿਣਤੀ 'ਚ ਇਕੱਠੇ ਹੋਏ ਆ, ਪਰ ਰਿਜ਼ਲਟ ਜਿਹੜਾ ਹੈ ਉਸ ਹਿਸਾਬ ਨਾਲ ਅੱਜ ਨਹੀਂ ਗਾ। ਇਹ ਗੱਲ ਮੈਂ ਮੰਨਦਾ। STF ਬਣਾਈ ਸੀਗੀ ਨਸ਼ਿਆਂ ਨੂੰ ਰੋਕਣ ਦੀ, ਬੜਾ ਵਧੀਆ ਕੰਮ ਕੀਤਾ। ਅਕਾਲੀ ਦਲ ਨਾਲ ਸੰਬੰਧਿਤ ਬੰਦੇ ਵੀ ਅਰੈਸਟ ਕੀਤੇ, ਪਰ ਕਾਂਗਰਸ ਦੀ ਸਰਕਾਰ 'ਚ ਉਹੀ ਨਸ਼ਾ ਤਸਕਰਾਂ ਦੇ ਅੱਗੇ ਪਾਇਲਟ ਜਿਪਸੀਆਂ ਤੇ ਗਨਮੈਨ ਚੱਲਦੇ ਨਾਕਿਆਂ ਤੇ ਸਲੂਟ ਵੱਜਦੇ। ਦੇਖੋ, ਜਿਹਦੀ ਤੁਸੀਂ, ਮੈਂ ਤਾਂ ਸਾਫ਼ ਨਾਂ ਲੈ ਦਿੰਦਾ, ਜਿਹਦੀ ਗੱਲ ਕਰਦੇ ਹੋ ਤੁਸੀਂ, ਕੋਈ ਆ ਜਿਹੜਾ ਸਰਪੰਚ ਫੜਿਆ ਗਿਆ ਪਿਛਲੇ ਦਿਨਾਂ 'ਚ, ਇਹ ਲੋਕ ਜਿਹੜੇ ਨੇ ਨਾ, ਇਹ ਪੋਲੀਟੀਕਲ ਲੋਕਾਂ ਦੇ ਆਲੇ ਦੁਆਲੇ ਤਾਂ ਇਹ ਫੋਟੋਆਂ ਖਿਚਾਉਣ ਨੂੰ ਫਿਰਦੇ ਹੀ ਰਹਿੰਦੇ ਆ। ਪਰ ਨਹੀਂ, ਪਾਇਲਟ ਦੂਜੀ ਚੱਲਦੀਆਂ ਸੀ। ਮੈਂ ਸਾਰੀ ਤੇ ਆਉਣਾ। OSD ਅੰਕਿਤ ਬਾਂਸਲ ਦੀ ਗੱਡੀ 'ਚ ਬੈਠ ਕੇ ਦੂਜੇ ਨਾਲ, ਮੈਂ ਹਰੇਕ ਗੱਲ ਤੇ ਆਉਣਾ, ਕੱਲੀ ਗੱਲ। ਮੈਂ ਕਦੇ ਵੀ ਕਿਸੇ ਗੱਲ ਤੋਂ ਭੱਜਿਆ ਨਹੀਂ, ਤੁਹਾਨੂੰ ਵੀ ਪਤਾ। ਮੈਂ ਹਰ ਗੱਲ ਦਾ ਜਵਾਬ ਦੇ ਕੇ ਜਾਣਾ। ਇਹ ਜਿਹੜੇ ਲੋਕ ਨੇ, ਇਹ ਹਰ ਵੇਲੇ ਕਿਤੇ ਨਾ ਕਿਤੇ ਕੋਈ ਐਸੀ ਤਾਕ 'ਚ ਰਹਿੰਦੇ ਨੇ। ਕੱਲ ਮੈਂ ਔਨ ਰਿਕਾਰਡ ਗੱਲ ਇਹ ਸੁਣ ਰਿਹਾ ਸੀ ਚੈਨਲ ਤੇ, ਗੁਰਕੀਰਤ ਸਿੰਘ ਇੰਟਰਵਿਊ ਦੇ ਰਹੇ ਸੀ ਵੀ ਜਿਹੜੀ ਇਹ ਪਾਇਲਟ ਜਿਪਸੀ ਇਹਦੇ ਅੱਗੇ ਜਾ ਰਹੀ ਆ, ਇਹ ਜਿਹੜੀ ਆ 2015 ਦੀ ਫੋਟੋ ਆ, ਜਿਹੜੀ ਉਹ ਗੱਡੀ ਦਾ ਨੰਬਰ, ਕਿਉਂਕਿ ਉਹ ਤਾਂ ਸਾਫ਼ ਦਿਖ ਰਿਹਾ ਵੀ ਇਹ ਗੱਡੀ ਕਿਹਦੀ ਆ, ਪਾਇਲਟ ਜਿਪਸੀ ਜਿਹੜੀ ਮੂਹਰੇ ਜੀ 'ਚੋਂ ਪਿਆ ਏ। ਪਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਆ ਕਾਂਗਰਸ ਦੇ OSD ਦੀ ਜਾਂ ਕਿਸੇ ਹੋਰ ਕਾਂਗਰਸ ਦੇ ਲੀਡਰ ਦੀ, ਬਥੇਰਿਆਂ ਦੀਆਂ ਸਾਡੇ ਨਾਲ 20 ਵਾਰ ਹੋਇਆ ਵੀ ਐਸੀਆਂ ਫੋਟੋਆਂ ਆ ਜਾਂਦੀਆਂ। ਪਰ ਹਾਂ, ਜਿੱਥੇ ਤੱਕ ਤੁਸੀਂ ਅੰਕਿਤ ਬਾਂਸਲ ਦੀ ਗੱਲ ਕੀਤੀ ਆ, ਇਹ ਦੇਖਣਾ ਪਊਗਾ ਵੀ ਉਹਦੇ ਕੋਲ ਕੌਣ ਉਹ ਬੰਦਾ ਲੈ ਕੇ ਆਇਆ, ਅੱਗੇ ਮਿਲਾਉਣ ਵਾਲਾ ਕੌਣ ਆ। ਹੁਣ ਮੇਰੇ ਨਾਲ ਰਾਜਾ ਬੈਠਾ ਏ, ਇਹ ਕੱਲ ਨੂੰ ਕੋਈ ਨਾਲ ਐਸਾ ਬੰਦਾ ਨਾਲ ਲੈ ਆਵੇ ਤੇ ਮੇਰੇ ਘਰੇ ਬਾੜ ਕੇ ਆਪਣੀ ਗੱਡੀ 'ਚ ਬਿਠਾ ਕੇ ਕਹੇ ਮੇਰੇ ਬੈਠੋ ਬਿੱਟੂ ਜੀ, ਤੇ ਕਈ ਵਾਰ ਪਤਾ ਹੀ ਨਹੀਂ ਹੁੰਦਾ। ਤੇ ਮੈਂ ਇਹ 'ਚ ਮੁੱਕਰਦਾ ਨਹੀਂ, ਜਿਹੜੀਆਂ ਫੋਟੋਆਂ ਆਈਆਂ ਅੰਕਿਤ ਬਾਂਸਲ ਨਾਲ ਆਈਆਂ, ਸਾਡੇ ਕਾਂਗਰਸੀ ਲੀਡਰਾਂ ਨਾਲ ਵੀ ਆਈਆਂ, ਪਰ ਇਹ ਬੰਦੇ, ਇਹ ਦੇਖਣਾ ਕਈ ਵਾਰ, ਹਾਂ ਜੇ ਇੱਕ ਵਾਰੀ, 2 ਵਾਰੀ, 3 ਵਾਰੀ ਜੇ ਹੋਵੇ ਫੋਟੋਆਂ, ਫੇਰ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ। ਪਹਿਲੀ ਵਾਰ ਫੋਟੋਆਂ ਦੀ ਗੱਲ ਨਹੀਂ ਕਰਦੇ, ਅਸੀਂ ਫੋਟੋਆਂ ਚਲੋ ਆ ਜਾਂਦੀਆਂ ਤੁਹਾਡੀ, ਇੱਕ ਮਿੰਟ ਭਾਜੀ, ਫੋਟੋਆਂ ਦੀ ਗੱਲ ਨਹੀਂ, ਲੇਕਿਨ ਜਿਹੜਾ ਉਹਦਾ ਰੋਲ ਇਨਵੈਸਟੀਗੇਸ਼ਨ ਹੋ ਰਿਹਾ ਉਹ ਡਰੱਗਸ ਦਾ ਹੋ ਰਿਹਾ। ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਪਾਇਲਟ ਜਿਪਸੀ ਕਿਹਨੇ ਦਿੱਤੀ ਸੀਗੀ ਤੇ ਗਨਮੈਨ ਕਿਹਦੇ ਨਾਲ। ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਮੈਂ ਵੀ ਤੁਹਾਡੇ ਨਾਲ, ਚਾਹੇ ਕੋਈ ਉਹ ਮੇਰਾ ਮੈਂ ਵੀ ਹੋਵਾਂ, ਮੇਰੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਤੇ ਜਿਹੜਾ ਅਫਸਰ STF ਦਾ ਹੈ ਹਰਪ੍ਰੀਤ ਸੰਧੂ, ਉਹ ਤੇ ਕੋਈ ਕੁਐਸਚਨ ਨਹੀਂ ਕਰ ਸਕਦਾ। ਜਿਹੜੀ ਉਹ ਮੈਂ ਪੜ੍ਹ ਰਿਹਾ ਸੀ ਰਿਪੋਰਟ ਵੀ ਉਹ ਕਈ ਘੰਟੇ ਇਨਵੈਸਟੀਗੇਸ਼ਨ ਲੁਧਿਆਣੇ 'ਚ ਆ ਕੇ ਉਹ ਕਰਕੇ ਗਏ ਆ। ਉਹ ਮੇਰੀ ਵੀ ਉਹਨਾਂ ਨਾਲ ਗੱਲ ਹੋਈ, ਹੋਰ ਅਫਸਰ ਸਵਾਨਾਂ ਨਾਲ ਗੱਲ ਹੋਈ ਵੀ ਇਹ ਐਸਾ ਬੰਦਾ ਸੀ ਜਿਹਨੇ, ਕਿਉਂਕਿ ਮੈਂ ਜਦੋਂ ਕੁਛ ਮਹੀਨੇ ਮੇਰੇ ਨਾਨਾ ਜੀ ਦੀ ਡੈਥ ਹੋਈ ਸੀ, ਮੈਂ ਇੱਕ ਭੋਗ 'ਤੇ ਸੀ, ਤੇ ਮੈਨੂੰ ਕਾਫੀ ਇਲਾਕੇ ਦੇ ਲੋਕਾਂ ਨੇ, ਪੁਰਾਣੇ ਸਰਦਾਰ ਬੇਅੰਤ ਸਿੰਘ ਦੇ ਸਾਥੀਆਂ ਨੇ, ਜਿਹੜੇ ਪੈੜ ਹਲਕੇ ਤੋਂ ਲੋਕ ਸੀ, ਉਹਨਾਂ ਨੇ ਇਹ ਗੱਲ ਕਹੀ ਜੀ ਵੀ ਤੁਸੀਂ ਇਹ ਗੱਲ ਕਰਦੇ ਹੋ ਵੀ ਇੱਕ ਇੱਥੇ ਬੰਦਾ ਹੈ ਜਿਹੜਾ ਅੱਜ ਵੀ ਉਹ ਉਸੇ ਤਰੀਕੇ ਨਾਲ ਬੜੀਆਂ ਗੱਡੀਆਂ 'ਚ ਘੁੰਮ ਰਿਹਾ, ਅੱਜ ਵੀ
ਉਹਦੇ ਗੱਲ ਸੁਣਦੇ ਆ ਵੀ ਉਹ ਨਸ਼ਾ ਵੇਚ ਰਿਹਾ। ਇਹ ਸਾਡੇ ਬੱਚੇ, ਉਹਨਾਂ ਨੇ ਕਈਆਂ ਨੇ ਇਹ ਵੀ ਕਿਹਾ ਵੀ ਸਾਡੇ ਬੱਚੇ ਅੱਜ ਤੜਫ ਰਹੇ ਆ, ਇਸ ਬੰਦੇ ਨੇ ਉਹਨਾਂ ਨੂੰ ਨਸ਼ੇ ਤੇ ਲਾਇਆ। ਮੈਂ ਕਿਹਾ ਇਹ ਕੌਣ ਬੰਦਾ, ਮੈਂ ਤਾਂ ਅੱਜ ਤੱਕ ਜਾਣਦਾ ਨਹੀਂਗਾ, ਮੈਂ ਵੀ ਇੱਥੇ ਤਾਂ ਜੰਮ ਪਾਲਾਂ। ਫਿਰ ਉਹਨਾਂ ਨੇ ਦੱਸਿਆ ਤੇ ਸਾਰੀ ਗੱਲ ਇਹ ਉੱਤੇ ਤੱਕ ਹੋਈ ਗਈ। STF ਇਹਦੇ ਮਗਰ ਪਹਿਲਾਂ ਲੱਗੀ ਹੋਈ ਸੀ, ਪਰ ਜਦੋਂ ਇਹਦੀ ਗੱਲ ਸਾਰੇ ਐਡੀ ਵੱਡੀ ਹੋ ਗਈ ਤੇ ਤੁਸੀਂ ਇਹ ਵਿਸ਼ਵਾਸ ਮੈਂ ਰੱਖਦਾ, ਚਾਹੇ ਉਹ ਮੈਂ ਹੋਵਾਂ, ਚਾਹੇ ਅੰਕਿਤ ਬੰਸਲ ਹੋਵੇ, ਚਾਹੇ ਤੁਸੀਂ ਕਿਸੇ ਦੀਆਂ ਵੀ ਫੋਟੋਆਂ ਹੋਰ ਵੀ ਆਉਣਗੀਆਂ ਬੜੀਆਂ, ਹਜੇ ਤਾਂ ਇੱਕ ਦੀਆਂ ਹੈ ਨਾ, ਹਰ ਨੇ ਕੱਢਣੀਆਂ ਹੈ। ਤੁਹਾਨੂੰ ਵੀ ਪਤਾ ਉਹ ਹਰ ਪੋਲੀਟੀਕਲ ਇਹ ਬੰਦੇ, ਕਿਉਂਕਿ ਇਹਨਾਂ ਕੋਲ ਪੈਸਾ ਹੁੰਦਾ, ਗੱਡੀਆਂ ਹੁੰਦੀਆਂ, ਪੋਲੀਟੀਕਲ ਰੈਲੀਆਂ, ਛੋਟੇ ਲੀਡਰ ਨੇ ਜਿਹੜੇ, ਉਹਨਾਂ ਨੂੰ ਕਹਿ ਦਿੰਦੇ ਆ ਵੀ ਅਸੀਂ ਭਾਈ ਤੁਹਾਡੇ ਲਈ 50 ਗੱਡੀਆਂ ਲੈ ਕੇ ਆਉਂਦੇ ਆ। ਨਸ਼ੇ ਵਾਲੇ ਬੰਦੇ ਇਹਨਾਂ ਕੋਲ ਹੁੰਦੇ ਆ 100 ਬੰਦਾ, ਅਸੀਂ ਰੈਲੀ 'ਚ ਆ ਜਾਂਦੇ ਆ ਤੇ ਨਾਅਰੇ ਮਾਰਦੇ ਆ ਕੇ ਨਾਲ ਖੜ ਜਾਂਦੇ ਆ ਤੇ ਫੋਟੋਆਂ ਖਿਚਾ ਕੇ ਤੁਰਦੇ ਬਣਦੇ ਆ। ਉਹ ਫੋਟੋਆਂ ਦਿਖਾਈ ਜਾਂਦੇ ਆ। ਮੈਂ ਦੇਖੀਆਂ ਇਹਦੀਆਂ ਕਈ ਅਫਸਰਾਂ ਨਾਲ ਪਾਈਆਂ ਹੋਈਆਂ, ਕਈ ਮੁਬਾਰਕਾਂ ਕਈ ਪੋਲੀਟੀਕਲ ਲੀਡਰਾਂ ਨਾਲ ਪਾਈਆਂ ਹੋਈਆਂ। ਪਰ ਉਹ ਜਿਹੜਾ ਅਫਸਰ ਹਰਪ੍ਰੀਤ ਸਿੱਧੂ, ਉਹ ਸਪਸ਼ਟ ਗੱਲ ਹੈ ਜਿਹੜੀ ਸਾਫ਼, ਉਹ ਕੱਢ ਕੇ ਮੂਹਰੇ ਰੱਖੂਗਾ। ਕੋਈ ਵੀ ਹੋਵੇ ਉਹ ਇਸ ਗੱਲ, ਦੇਖੋ ਜਿਹੜਾ ਬੰਦਾ ਪੀੜ੍ਹੀਆਂ ਦਾ ਨਾਸ ਕਰਦਾ ਨਾ, ਇਸ ਨਾਲ ਉਹਨੂੰ ਬਖਸ਼ਣਾ ਚਾਹੀਦਾ। ਜੇ ਕਿਸ ਦੀ ਮਦਦ, ਜੇ ਕਿਸ ਦੀ ਸਪੋਰਟ ਦਿਖਦੀ ਆ ਤੇ ਨਾ ਉਹਨੂੰ ਬਖਸ਼ਣਾ ਚਾਹੀਦਾ। ਮੈਂ ਉਸ ਲਾਈਨ 'ਚ ਖੜਾ ਹੋਊਂਗਾ। ਤੁਸੀਂ ਆਉਣ ਵਾਲੇ ਦਿਨਾਂ 'ਚ ਕਿਤੇ ਵੀ ਦਿਖੂਗੀ, ਮੈਂ ਸਭ ਤੋਂ ਪਹਿਲਾਂ ਹੋਊਂਗਾ ਵੀ ਭਾਈ ਇਹ ਬੰਦੇ ਨੂੰ ਪਾਰਟੀਆਂ 'ਚੋਂ ਵੀ ਇਹਨਾਂ ਨੂੰ ਬਾਹਰ ਹੋਣਾ ਚਾਹੀਦਾ ਤੇ ਸਜ਼ਾ ਵੀ ਮਿਲਣੀ ਚਾਹੀਦੀ ਆ। ਬਾਕੀ ਸਭ ਕੁਝ ਮਾਫ ਹੋ ਸਕਦਾ, ਪਰ ਇਹ ਨਸ਼ਾ ਜਿਹੜੀ ਸਾਡੀ ਪੀੜ੍ਹੀ ਨੂੰ ਗਾਲ ਰਿਹਾ, ਪੰਜਾਬ ਦੀ ਨੂੰ, ਉਹ ਗਲਤੀ ਨਹੀਂ ਹੋ ਸਕਦੀ। ਤੇ ਇਹ ਬੰਦਾ ਉਹ ਨਾਮਵਰ ਬੰਦਾ ਏ, ਸਭ ਨੂੰ ਪਤਾ ਸੀ ਵੀ ਇਹ ਬਹੁਤ ਵੱਡਾ ਨਸ਼ੇ ਦਾ ਵਪਾਰੀ ਆ। ਜੇ ਫਿਰ ਵੀ ਕੋਈ ਇਹਦੇ ਕੋਲ ਜਾਂਦਾ ਸੀ ਜਾਂ ਇਹਨੂੰ ਕੋਈ ਜਿਪਸੀਆਂ ਦਿੰਦਾ ਸੀ ਤਾਂ ਉਹਦੇ ਮਾਫੀ ਸ਼ਬਦ ਉਹਦੇ ਲਈ ਨਹੀਂ ਗਾ। ਇੱਕ ਗੱਲ ਨੂੰ ਸਮਝੋ, ਜਦੋਂ ਆਪਾਂ ਇੱਕ ਪਾਸੇ ਆਪਣਾ ਦੁਸ਼ਮਣ ਪਾਕਿਸਤਾਨ ਖੜਾ ਤੇ ਇੱਕ ਪਾਸੇ ਚਾਈਨਾ ਖੜਾ ਏ, ਤੇ ਆਪਾਂ ਨੂੰ ਕਿਸੇ ਦੇਸ਼ ਨਾਲ ਤਾਂ ਆਪਾਂ ਰਹਿਣਾ ਹੀ ਆ ਨਾ। ਤੇ ਅਮਰੀਕਾ ਨੇ ਜਦੋਂ ਵੀ, ਚਾਹੇ ਪਹਿਲਾਂ ਸੀ ਚਾਹੇ ਡਾਕਟਰ ਮਨਮੋਹਨ ਸਿੰਘ ਵੇਲੇ ਸੀ, ਆਪਣੀ ਅਮਰੀਕਾ ਦੇ ਨਾਲ ਬਹੁਤ ਚੰਗੇ ਸੰਬੰਧ ਰਹੇ ਆ। ਮੌਕੇ ਤੇ ਆਪਾਂ ਨੂੰ ਸਾਰਿਆਂ ਨੇ ਸਪੋਰਟ ਕੀਤੀ ਜਦੋਂ ਪਾਕਿਸਤਾਨ ਦਾ ਐਸਾ ਮਸਲਾ ਸੀ। ਉਹਨਾਂ ਦਾ F-16 ਜਹਾਜ਼ ਵਰਤਿਆ ਗਿਆ। ਉਹਨਾਂ ਨੇ ਉਦੋਂ ਬਾਅਦ ਇਹ ਫੈਸਲਾ ਕੀਤਾ ਵੀ ਅੱਜ ਤੋਂ ਬਾਅਦ F-16 ਬੇਸ਼ੱਕ ਆ, F-16 ਦਾ ਕੋਈ ਵੀ ਅੱਗੇ ਸਮਾਨ ਆ ਜਿਹੜਾ, ਉਹ ਅਸੀਂ ਪਾਕਿਸਤਾਨ ਨੂੰ ਪ੍ਰੋਵਾਈਡ ਨਹੀਂ ਕਰਾਂਗੇ ਵੀ ਜੇ F-16 ਲੜਾਈ 'ਚ ਯੂਜ਼ ਹੋਇਆ। ਕਿਉਂਕਿ ਪਹਿਲੀ ਸ਼ਰਤ ਇਹ ਹੈ F-16 ਦੀ, ਜਿਨ੍ਹਾਂ ਨੂੰ ਵੀ ਉਹਨਾਂ ਨੇ ਦਿੱਤਾ ਵੀ ਇਹ ਲੜਾਈ ਦੇ ਵਿੱਚ ਨਹੀਂ ਵਰਤਿਆ ਜਾਊਗਾ। ਤੇ ਇਸ ਕਰਕੇ ਹੁਣ ਜਿਹੜੇ ਬਾਈਡਨ ਜਿਹੜੇ ਪ੍ਰਧਾਨ ਰਾਸ਼ਟਰਪਤੀ ਬਣਨ ਜਾ ਰਹੇ ਆ, ਤੇ ਨਾਲ ਸਾਡੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਬਣ ਜਾ ਰਹੇ ਆ ਜਿਹੜੇ, ਤੇ ਉਹ ਕਮਲਾ ਹੈਰਿਸਨ, ਤੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਪੰਜਾਬ ਦੇ ਨਾਲ ਤੇ ਨਾ ਹਿੰਦੁਸਤਾਨ ਦੇ ਨਾਲ, ਤੇ ਉਹ ਆਪਣੇ ਆਪ 'ਚ ਹੀ ਇੱਕ ਤੁਹਾਡੇ ਮੂਹਰੇ ਸਬੂਤ ਆ ਵੀ ਆਪਣੇ ਆਉਣ ਵਾਲੇ ਰਿਸ਼ਤੇ ਹੋਰ ਵਧੀਆ ਹੋਣਗੇ, ਘਟਣਗੇ ਨਹੀਂ। ਨਹੀਂ, ਉਹ ਤਾਂ ਚਲੋ ਹਜੇ ਤਾਂ ਜਨਵਰੀ 'ਚ ਟਰਮ ਖਤਮ ਹੋਣੀ ਆ। ਮਨਮੋਹਨ ਸਿੰਘ ਜੀ ਨੇ ਉਹਨੂੰ ਇਨਵਾਈਟ ਕੀਤਾ, ਚੰਗੀ ਗੱਲ ਆ। ਹੋਰ ਵੀ ਸਾਰੇ, ਕਿਉਂਕਿ ਪ੍ਰਧਾਨ ਮੰਤਰੀਆਂ ਦਾ ਤਾਂ ਦੇਖੋ ਹਰੇਕ ਦਾ, ਮੈਂ ਕੋਈ ਇਹ ਨਹੀਂ ਕਹਿੰਦਾ ਅੱਜ ਆਪਾਂ ਇਸ ਦੇ ਜਿੱਥੇ ਜਦੋਂ ਤੱਕ ਦੇਸ਼ ਦੀ ਗੱਲ ਆ ਜਾਂਦੀ ਆ ਫਿਰ ਅਸੀਂ ਦੇਸ਼ ਦੇ ਨਾਲ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆ, ਉਹਨਾਂ ਨੂੰ ਵੀ ਇਨਵਾਈਟ ਕਰਨਗੇ। ਪਰ ਹਜੇ ਉਹ ਸਮਾਂ ਲੰਬਾ ਹੈ, ਕਿਉਂਕਿ ਟਰਮ ਜਿਹੜੀ ਜਨਵਰੀ ਤੱਕ ਉਹਨਾਂ ਦੀ ਖਤਮ ਹੋਣੀ, ਉਦੋਂ ਬਾਅਦ ਉਹ ਪ੍ਰੋਗਰਾਮ ਹੋਏਗਾ। ਤੇ ਰਿਸ਼ਤੇ ਅਮਰੀਕਾ ਨਾਲ ਆਪਣੇ ਚੰਗੇ ਨੇ, ਚੰਗੇ ਹੀ ਰਹਿਣਗੇ। ਸਭ ਦੇਸ਼ਾਂ ਦੇ ਸੰਬੰਧ ਆਪਸ ਵਿੱਚ ਹੋਣੇ ਚੰਗੀ ਗੱਲ ਹੈ, ਪਰ ਇੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਪਹਿਲਾਂ ਉੱਥੇ ਜਾ ਕੇ ਹਾਊਡੀ ਮੋਦੀ ਹੋਇਆ, ਫਿਰ ਇੱਥੇ ਆ ਕੇ ਨਮਸਤੇ ਟਰੰਪ ਹੋਇਆ, ਉਹ ਕਿੱਥੋਂ ਤੱਕ ਜਾਇਜ਼ ਹੈਗਾ ਜੀ? ਕਿਉਂਕਿ ਇਹਦਾ ਪੋਲੀਟੀਕਲ ਵੀ ਤਾਂ ਅਸਰ ਪੈਂਦਾ ਨਾ, ਜਿਹੜਾ ਨਵੇਂ ਰਾਸ਼ਟਰਪਤੀ ਆਏ। ਦੇਖੋ ਇਹ ਕੁਦਰਤੀ ਪਹਿਲੀ ਵਾਰ ਐਸਾ ਹੋਇਆ। ਦੇਖੋ ਜਿਹੜਾ ਮੈਂ ਇਹ ਗੱਲ ਤੁਹਾਡੇ ਔਨ ਰਿਕਾਰਡ ਕਹਿਣਾ, ਜਿਹੜਾ ਟਰੰਪ ਸੀ ਜਾਂ ਟਰੰਪ ਦੀ ਜਿਹੜੀ ਪ੍ਰੈਜ਼ੀਡੈਂਟਸ਼ਿਪ ਸੀ, ਉਹ ਹਰੇਕ ਚਾਹੇ ਇਮੀਗ੍ਰੈਂਟ ਜਿਹੜਾ ਜਾਣਾ ਚਾਹੁੰਦਾ ਸੀ ਉੱਥੇ, ਚਾਹੇ ਉਹ ਏਸ਼ੀਅਨ ਕੰਟਰੀਜ਼ ਤੋਂ ਹੋਵੇ, ਚਾਹੇ ਅਫਰੀਕਨ ਕੰਟਰੀਜ਼ ਤੋਂ ਹੋਵੇ, ਚਾਹੇ ਉਹ ਖਾਸ ਤੌਰ ਤੇ ਉਹਦਾ ਗਵਾਂਢੀ ਜਿਹੜਾ ਦੇਸ਼ ਆ ਆਪਣਾ, ਨਹੀਂ ਯੂਰਪ ਨਹੀਂ, ਚਾਹੇ ਮੈਕਸੀਕੋ ਹੋਵੇ, ਜਿੱਥੇ ਸਭ ਤੋਂ ਵੱਧ ਲੋਕ ਕੰਮ ਕਰਦੇ ਆ। ਜੇ ਗੱਲ ਕਰੀਏ ਲਾਸ ਐਂਜਲਸ ਦੀ, ਇਸ ਸਾਈਡ ਦੀ ਗੱਲ ਕਰੀਏ, ਉਹਨੇ ਉਹਨਾਂ ਨੂੰ ਨਫ਼ਰਤ ਦੀ ਅੱਖ ਨਾਲ ਦੇਖਿਆ। ਕੋਸ਼ਿਸ਼ ਕੀਤੀ ਵੀ ਇਹ ਏਸ਼ੀਅਨ, ਅਫਰੀਕਨ, ਮੈਕਸੀਕੋ ਸਭ ਮੈਂ ਰੋਕ ਦੇਵਾਂ, ਮੇਰੇ ਦੇਸ਼ ਕੋਈ ਨਾ ਆਵੇ। ਇਸ ਦੇ ਉਲਟ ਜਾ ਕੇ ਜਦੋਂ ਕੋਸ਼ਿਸ਼ ਕੀਤੀ ਗਈ ਮੋਦੀ ਸਾਹਿਬ ਵੱਲੋਂ ਵੀ ਮੈਂ ਉੱਥੇ ਗੁਜਰਾਤੀਆਂ ਦਾ ਵੱਡਾ, ਕਿਉਂਕਿ ਤਾਕਤ ਆ, ਪੈਸਾ ਏ, ਪਰ ਲੋਕਾਂ ਨੇ ਮੋਦੀ ਸਾਹਿਬ ਦੀ ਗੱਲ ਸੁਣੀ ਨਹੀਂ। ਜਿਹੜੀ ਟਰੰਪ ਨੇ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ, ਕਿਉਂਕਿ
ਉਰੇ ਲੋਕ ਅੱਜ ਰੋਜ਼ ਹਮੇਸ਼ਾ ਜਾਣਾ ਚਾਹੁੰਦੇ ਨੇ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਬਹੁਤ ਵੱਡੀ ਤਾਦਾਦ 'ਚ, ਚਾਹੇ ਉਹ ਆਪਣੇ ਪੰਜਾਬ ਦੇ ਹੀ ਹੋਣ, ਐਂ ਹੀ ਸਾਰੇ ਏਸ਼ੀਆ ਦੇ, ਐਂ ਹੀ ਸਾਰੇ ਅਫਰੀਕਨ ਕੰਟਰੀਜ਼ ਦੇ। ਉਹ ਜਿਹੜੀ ਨਫ਼ਰਤ ਦੀ ਅੱਖ ਨਾਲ ਦੇਖਿਆ ਨਾ, ਜਿਹੜਾ ਇੱਕ ਹਰ ਵੇਲੇ ਉਹਨਾਂ ਨੂੰ ਟਿੱਚਰ ਕੀਤੀ, ਇੱਕ ਆਪਣੇ ਆਪ ਨੂੰ ਮਤਲਬ ਆਪਣੇ ਆਪ ਨੂੰ ਇੱਕ ਖਾਸ ਤੌਰ ਤੇ ਆਪਣੇ ਆਪ ਨੂੰ ਪੇਸ਼ ਕੀਤਾ ਵੀ ਅਸੀਂ ਜਿਹੜੇ ਗੋਰੇ ਆ ਉਹ ਸਾਰਿਆਂ ਨੂੰ ਅਲੱਗ ਆ। ਤੇ ਫਿਰ ਇਸ ਵਾਰ ਸਾਰਿਆਂ ਨੇ ਉਹਨਾਂ ਨੇ ਮਿਲ ਕੇ ਜਿਹੜਾ ਠੋਕਿਆ ਉਹ ਤੁਹਾਡੇ ਮੂਹਰੇ ਹੀ ਆ। ਰਿਜ਼ਲਟ ਜਿਹੜਾ ਆਇਆ ਉਹ ਟਰੰਪ ਦਾ ਦਿਖਾਤਾ ਵੀ ਏਸ਼ੀਅਨ 'ਚ ਕਿੰਨੀ ਤਾਕਤ ਆ, ਅਫਰੀਕਨ 'ਚ ਕਿੰਨੀ ਕੰਟਰੀ 'ਚ ਤਾਕਤ ਆ, ਮੈਕਸੀਕੋ ਵਾਲਿਆਂ 'ਚ ਕਿੰਨੀ ਤਾਕਤ ਆ। ਉਹ ਜੜ੍ਹਾਂ ਹੈ ਜਿਹੜੀਆਂ ਹਿਲਾ ਕੇ ਰੱਖਤੀਆਂ, ਉਹ ਜਹਾਜ਼ਾਂ ਤੱਕ ਹੀ ਰਹਿ ਗਿਆ ਟਰੰਪ। Press the bell icon for news updates.